श्री गुरु नानक पद पंकज बंदना, पद पंकज बंदना। सिमरो अंगद दोख निकंदना, दोख निकंदना। अमरदास गुर हृदय ध्यामो, हृदय ध्यामो। श्री गुरु रामदास गुण गामो, श्री गुरु रामदास गुण गामो। गुरु अर्जन विघ्नन के नाशक, विघ्नन के नाशक। गुरु हर गोबिंद शुभ मत प्रकाशक, शुभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए बहोरी, मनाए बहोरी। तेग बहादुर परम कृपाला जी, परम कृपाला। गुरु गोबिंद सिंह विसाला, गुरु गोबिंद सिंह विसाला। तरों तरापुर पुन पुन सीसा जी, पुन पुन सीसा। बंदों बार बार जगदीशा, बंदों बार बार जगदीशा। साहिब श्री गुरु ग्रंथ साहिब पातशाह महाराज जी की पावन हजूरी अंदर, उन्हां दे लगे हुए दरबार के अंदर जुड़ बैठी साध संगत जी, बड़े वडभागी हाँ जो साहिब श्री गुरु तेग बहादुर महाराज जी के वरोस आए हुए अस्थान गुरुद्वारा सीसगंज साहिब विखे बैठ के गुरु अंगद पातशाह महाराज जी के पावन जीवन की इतिहास की जो विचार चल रही है ਉਹਦੇ ਨਾਲ जुड़न के लिए आप सब इकट्ठे होए हो। कल ताईं असीं ये श्रवण किया सी साहिब श्री गुरु अंगद देव जी महाराज करतारपुर साहिब तो तुरे खडूर साहिब आउंदे ने। खडूर साहिब आके माता भराई दे घर विच रुकदे हन ते माता भराई नूं ये आदेश करते ने, ਜਿਹੜੇ कोठे के अंदर मैं बैठा हाँ इनू बाहरों लेप दो, ये बाहरों लेप कर दो। महाराज जी अंदर बैठे ने। फिर बाबा बुढ़ा साहब जी अते होर सिख बड़े व्याकुल होए क्योंकि साहिब जी के दर्शन नहीं सन हो रहे। बड़ी तांग सी गुरु साहब जी दर्शन करन दी। बाबा बुढ़ा साहब जी नूं गुरु नानक साहब जी वालों ये वर प्राप्त सी ते इत्थों ओले ना हो सके। इस करके साहब जी महाराज जेड़े घर दे विच बैठे हुए सन, बाबा बुढ़ा जी उत्थे जाके घर नूं चारों चफेरे तो वेखदे ने। चफेरे वेख के उन्होंने ये हिसाब लगा लिया होए ना होए महाराज साहब जी इसे घर दे विच ने। महाराज जी ने बाबा बुढ़ा जी ने जाके सारी लपाई नूं खेड़िया ते वेखदे ने महाराज जी अंदर समाधि ला के बैठे हुए ने। हुण जिवें अगे कथा चलदी है बड़े प्यार सत्कार दे नाल आप जी श्रवण करो। कथा आरंभ करन तो पहला एक बारी आप जी गुरमंत्र दे रूप विच बोलो, सतनाम श्री वाहेगुरु साहिब जी। जोत ते जोत प्रकाश रही जिन,
ਲਾਗੇ ਮਿਸਾਲ ਤੇ ਦੂਜੀ ਮਿਸਾਲਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਸਾਹਿਬ ਦੀ ਜੋਤ ਇਵੇਂ ਪ੍ਰਗਟ ਹੋ ਗਈ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਜਗ ਜਾਂਦਾ ਹੈ, ਇੱਕ ਮਿਸਾਲ ਤੋਂ ਦੂਜੀ ਮਿਸਾਲ ਜਗਦੀ ਹੈ ਤੇ ਫਰਕ ਕੋਈ ਨਹੀਂ ਹੁੰਦਾ। ਐਵੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਤੇ ਭਾਈ ਲਹਿਣਾ ਜੀ ਭਾਵ ਗੁਰੂ ਅੰਗਦ ਸਾਹਿਬ ਜੀ ਇੱਕੋ ਜੋਤ ਹੋ ਗਏ, ਉਹਨਾਂ ਦੇ ਵਿੱਚ ਕੋਈ ਵੀ ਫਰਕ ਨਾ ਰਿਹਾ। ਪਾਟ ਨਾ ਬਾਟ ਬਨੇ ਕਬਹੂ ਜਗ, ਹੋਏ ਸਮਾਨ ਪ੍ਰਕਾਸ਼ ਵਿਸਾਲਾ। ਦੋਵੇਂ ਘੱਟ ਵੱਧ ਨਹੀਂ ਨੇ। ਐਵੇਂ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਜੀ 'ਚ ਸ਼ਕਤੀ ਜ਼ਿਆਦਾ ਸੀ, ਗੁਰੂ ਅੰਗਦ ਸਾਹਿਬ ਜੀ 'ਚ ਘੱਟ ਹੈ, ਨਹੀਂ। ਜਿਵੇਂ ਇੱਕ ਮਿਸਾਲ ਤੋਂ ਜਦੋਂ ਦੂਜੀ ਮਿਸਾਲ ਜਗਦੀ ਹੈ ਕਿ ਉਹਨਾਂ ਦੇ ਪ੍ਰਕਾਸ਼ 'ਚ ਕਮੀ ਆਉਂਦੀ ਹੈ, ਬਰਾਬਰ ਹੁੰਦਾ। ਇੱਕ ਦੀਵੇ ਤੋਂ ਜਦੋਂ ਦੂਜਾ ਦੀਵਾ ਜਗੇ ਕਿ ਉਹਨਾਂ 'ਚ ਕਮੀ ਆਉਂਦੀ ਹੈ, ਨਹੀਂ ਆਉਂਦੀ। ਐਵੇਂ ਮੇਰੇ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਜਿਹੜੀ ਜੋਤ ਇੱਕ ਸਮਾਨ ਹੈ ਤੇ ਪੂਰੇ ਜਗਤ ਦੇ ਵਿੱਚ ਵਿਰਾਜ ਰਹੀ ਹੈ। ਆਨ ਸੁਨੇ ਉਪਦੇਸ਼ ਕਿਤੇ ਨਰ, ਜਾਗ ਉਠੇ ਜਿਨ ਭਾਗ ਸੋ ਭਾਲਾ। ਕੋਈ ਮਨੁੱਖ ਆ ਕੇ ਗੁਰੂ ਦਾ ਉਪਦੇਸ਼ ਸੁਣਦੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮਹਾਰਾਜ ਦੇ ਦਰਬਾਰ 'ਚ ਕੋਈ ਸਿੱਖ ਆ ਕੇ ਸੁਣਦੇ ਨੇ ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗ ਜਾਂਦੇ ਨੇ। ਕਿਉਂਕਿ ਗੁਰਬਾਣੀ ਕਹਿੰਦੀ ਹੈ ਜਦੋਂ ਤਾਈਂ ਭਾਗ ਨਹੀਂ ਨਾ ਜਾਗਦੇ ਉਦੋਂ ਤਾਈਂ ਸਤ ਸੰਗਤ ਨਹੀਂ ਮਿਲਦੀ, ਤੇ ਜਦੋਂ ਤਾਈਂ ਸਤ ਸੰਗਤ ਨਹੀਂ ਮਿਲਦੀ ਉਦੋਂ ਤਾਈਂ ਘਾਟਾ ਹੀ ਘਾਟਾ ਹੈ। ਉਦੋਂ ਤਾਈਂ ਰੋਜ਼ ਦੀ ਰੋਜ਼ ਨਫਾ ਨਹੀਂ ਹੈ, ਘਾਟਾ ਹੀ ਹੈ। ਇਹ ਹੋ ਸਕਦਾ ਹੈ ਜਿਹੜੀ ਕੋਈ ਪ੍ਰਲਬਧ ਮਨੁੱਖ ਦੀ ਪਿਛਲੀ ਤੁਰੀ ਆਉਂਦੀ ਹੈ, ਇਸ ਜਨਮ ਦੀ ਨਹੀਂ, ਕੋਈ ਪਿਛਲੇ ਜਨਮ ਦੀ ਤੁਰੀ ਆਉਂਦੀ ਹੈ, ਕੋਈ ਬੀਜ ਪਿੱਛੇ ਬੀਜਿਆ ਹੋਵੇ, ਉਹਦਾ ਫਲ ਮਿਲ ਹੀ ਜਾ ਰਿਹਾ ਹੈ, ਪਰ ਉਸ ਬੀਜ ਦਾ ਕਦੋਂ ਤਾਈਂ ਮਿਲੇਗਾ। ਐਵੇਂ ਸਮਝਣਾ ਜਿਵੇਂ ਧਰਤੀ ਦੇ ਵਿੱਚ ਕੋਈ ਬੀਜ ਬੀਜੀਏ ਨਾ, ਹੋ ਸਕਦਾ ਉਸ ਦਰਖਤ ਦੇ ਫਲ ਅਸੀਂ ਨਾ ਖਾ ਸਕੀਏ, ਕੋਈ ਹੋਰ ਖਾ ਲਏਗਾ। ਪਰ ਜਿਹੜਾ ਬੀਜ ਮਨੁੱਖ ਨੇ ਪੁੰਨ ਕਰਮ ਦਾ ਤੇ ਪਾਪ ਕਰਮ ਦਾ ਬੀਜ ਦੇਣਾ ਹੈ, ਇਹਦੇ ਫਲ ਨੂੰ ਕੋਈ ਦੂਜਾ ਨਹੀਂ ਖਾਏਗਾ, ਆਪ ਹੀ ਖਾਣਾ ਪਏ। ਬਾਣੀ ਕਹਿੰਦੀ ਹੈ ਆਪੇ ਬੀਜ ਆਪੇ ਹੀ ਖਾਓ। ਆਪ ਹੀ ਬੀਜਣਾ ਤੇ ਆਪ ਹੀ ਵੱਢਣਾ ਪੈਣਾ, ਦੂਜਾ ਨਹੀਂ ਵੱਢੇਗਾ, ਨਾ ਕੋਈ ਇਸਤਰੀ ਵੱਢੇਗੀ। ਜੇ ਕੋਈ ਪੁਰਖ ਕੋਈ ਮਾੜੀ ਕਰਮ ਕਰ ਰਿਹਾ ਹੈ, ਮਾੜਾ ਕਰਮ ਕਰਕੇ ਪੈਸਾ ਵੀ ਇਕੱਠਾ ਕਰੇ, ਕਿ ਉਹਦੀ ਇਸਤਰੀ ਭਾਗੀਦਾਰ ਹੋਏਗੀ ਇਹਦੇ ਵਿੱਚ? ਨਹੀਂ, ਉਹ ਆਪ ਹੀ ਭਾਗੀਦਾਰ ਹੈ, ਉਹਦਾ ਜਵਾਬ ਦੇ ਉਹ ਆਪ ਹੀ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨਰਾਂ ਦੇ ਜਿਨ੍ਹਾਂ ਮਨੁੱਖਾਂ ਦੇ ਭਾਗ ਜਾਗ ਜਾਂਦੇ ਨੇ ਉਹ ਆ ਕੇ ਸਾਹਿਬ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੇ ਖਡੂਰ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਹਨ। ਸ਼੍ਰੀ ਗੁਰੂ ਨਾਨਕ ਕੋ ਨਿਤ ਹੀ ਚਿਤਵੰਤ, ਰਹਿ ਬੜ ਰੂਪ ਕਿਰਪਾਲਾ। ਹਮੇਸ਼ਾ ਗੁਰੂ ਅੰਗਦ ਸਾਹਿਬ ਜੀ ਦਾ ਸੁਭਾਅ ਸੀ, ਉਹ ਹਮੇਸ਼ਾ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਰਹਿੰਦੇ, ਕਿਉਂਕਿ ਆਪਣੇ ਗੁਰੂ ਤੋਂ ਬਰਕਤਾਂ ਬੜੀਆਂ ਲਈਆਂ। ਐਵੇਂ ਸਮਝਣਾ ਜਿਵੇਂ ਪਿਓ ਦੀ ਜਾਇਦਾਦ ਹੋਏ ਨਾ, ਪਿਓ ਦੀ ਜਾਇਦਾਦ ਦਾ ਮਾਲਕ ਉਹਦਾ ਪੁੱਤਰ ਹੁੰਦਾ, ਨਿੱਜੀ ਜਾਇਦਾਦ ਜਿੰਨੇ ਵੀ ਪਦਾਰਥ ਨੇ। ਪਰ ਜਿਹੜੇ ਪਿਓ ਨੇ ਬਾਣੀ ਪੜ੍ਹ ਲਈ, ਇਤਿਹਾਸ ਸੁਣ ਲਿਆ, ਸਤ ਸੰਗਤ ਕਰ ਲਈ, ਉਹਦੀ ਉਸ ਜਾਇਦਾਦ ਦਾ ਮਾਲਕ ਉਹਦਾ ਪੁੱਤਰ ਨਹੀਂ ਬਣੇਗਾ। ਇਸ ਕਰਕੇ ਕਦੇ ਯਾਦ ਰੱਖਣਾ, ਕਿਸੇ ਦਾ ਬਜ਼ੁਰਗ ਬਾਣੀ ਪੜ੍ਹਦਾ ਸੀ, ਅੱਗੇ ਬੱਚੇ ਨਹੀਂ ਪੜ੍ਹਦੇ। ਪਿਓ ਦੀ ਜਿਹੜੀ ਨਿੱਜੀ ਜਾਇਦਾਦ ਸੀ ਉਹਦੇ ਮਾਲਕ ਦੇ ਬੱਚੇ ਬਣ ਗਏ, ਪਰ ਜਿਹੜੀ ਉਹਦੀ ਸਤ ਸੰਗਤ ਦੀ ਜਾਇਦਾਦ ਸੀ ਉਹਦੇ ਮਾਲਕ ਨਹੀਂ ਬਣ ਸਕੇ। ਐਵੇਂ ਸਮਝਣਾ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ, ਪਿਓ ਦੀ ਜਾਇਦਾਦ ਦੇ ਮਾਲਕ ਬੱਚੇ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਜਿਹੜੀ ਗੁਰਤਾ ਗੱਦੀ ਇਹ ਜਾਇਦਾਦ ਦੀ ਹੈ, ਬਾਕੀ ਮੇਰਾ ਘਰ ਹੈ, ਇਹਦੇ ਤੁਸੀਂ ਮਾਲਕ ਹੋ। ਤਾਂ ਹੀ ਤੇ ਮਹਾਰਾਜ ਨੇ ਖਡੂਰ ਸਾਹਿਬ ਭੇਜ ਦਿੱਤਾ, ਆਪ ਤੁਸੀਂ ਉੱਥੇ ਰਹੋ ਬਈ। ਇਹ ਜਿਹੜਾ ਮੈਂ ਘਰ ਬਣਾਇਆ ਇਹਦੇ ਮਾਲਕ ਤੁਸੀਂ ਹੋ ਸਕਦੇ ਹੋ। ਇਹ ਜਿਹੜੀ ਗੁਰਤਾ ਗੱਦੀ ਹੈ, ਸੇਵਾ ਹੈ, ਇਹਦਾ ਮਾਲਕ ਨਹੀਂ ਕੋਈ, ਇਹਦਾ ਮਾਲਕ ਤੇ ਉਹ ਹੈ ਜਿਹਨੇ ਇਹ ਕਮਾ ਲਈ ਹੈ। ਭਾਈ ਲਹਿਣਾ ਜੀ ਨੇ ਕਮਾਈ, ਮਾਲਕ ਬਣ ਗਏ। ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਨਹੀਂ ਬਣ ਸਕੇ। ਇਸ ਕਰਕੇ ਸਾਹਿਬ ਜੀ ਇਹ ਕਹਿ ਰਹੇ ਨੇ
ਉਹ ਹਮੇਸ਼ਾ ਗੁਰੂ ਨੂੰ ਯਾਦ ਕਰਦੇ ਰਹਿੰਦੇ ਨੇ। ਕਿਉਂ? ਗੁਰੂ ਨੇ ਬਰਕਤਾਂ ਬੜੀਆਂ ਕੀਤੀਆਂ, ਆਪਣੇ ਗੁਰੂ ਦੇ ਨਾਲ ਜੁੜੇ, ਗੁਰੂ ਨੇ ਸਿਰ ਤੇ ਹੱਥ ਰੱਖਿਆ, ਲਹਿਣੇ ਤੋਂ ਅੰਗਦ ਬਣਾਇਆ, ਕਿੱਡੀ ਵੱਡੀ ਕਿਰਪਾ ਹੈ। ਤੇ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਜੀ ਬੜੇ ਹੀ ਕਿਰਪਾਲੂ ਵੀ ਹਨ। ਚੌਪਈ ਬੁੱਢੇ ਸੋ ਗੋਸ਼ਟ ਨਿਤ ਠਾਨੈ, ਸ੍ਰੀ ਸਤਿਗੁਰ ਕੇ ਚਲਤ ਮਹਾਨੈ। ਹਮੇਸ਼ਾ ਨਾ ਗੁਰੂ ਅੰਗਦ ਸਾਹਿਬ ਜੀ ਦਾ ਇਹ ਸੁਭਾਅ ਸੀ, ਉਹ ਬਾਬਾ ਬੁੱਢਾ ਸਾਹਿਬ ਜੀ ਨਾਲ ਨਾ ਹਮੇਸ਼ਾ ਗੁਰੂ ਜੀ ਗੁਰੂ ਨਾਨਕ ਸਾਹਿਬ ਬਾਰੇ ਉਹਨਾਂ ਦੀਆਂ ਸਾਖੀਆਂ ਦੀ ਚਰਚਾ ਕਰਦੇ ਰਹਿੰਦੇ ਸੀ। ਉਹਦਾ ਕਾਰਨ ਸੀ ਪ੍ਰੇਮ ਬੜਾ ਸੀ। ਜਿਵੇਂ ਇੱਕ ਮਾਂ ਦਾ ਬੱਚਾ ਬਾਹਰਲੇ ਮੁਲਕ ਚਲਿਆ ਜਾਏ ਨਾ, ਉਹ ਕੋਈ ਵੀ ਉਹਦੇ ਬੱਚੇ ਦੀ ਗੱਲ ਛੱਡੇ, ਮਾਂ ਉਹਦੀਆਂ ਸਾਖੀਆਂ ਸੁਣਾਈ ਜਾਂਦੀ ਹੈ, ਫਲਾਣੀ ਥਾਂ ਗਿਆ, ਉਹਦੇ ਨਾਲ ਕਿਉਂ ਪ੍ਰੇਮ ਬੜਾ ਹੈ, ਉਹਦੀਆਂ ਗੱਲਾਂ ਕਰੀ ਜਾਏਗੀ। ਐਵੇਂ ਜਿਹਦੇ ਨਾਲ ਪ੍ਰੇਮ ਹੁੰਦਾ ਹੈ, ਗੁਰੂ ਅੰਗਦ ਸਾਹਿਬ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਬੜਾ ਸੀ। ਹੋਏ ਵੀ ਕਿਉਂ ਨਾ, ਜਿਹਨੂੰ ਇਹ ਕਹਿੰਦੇ ਨੇ ਮੈਂ ਨਿਰਗੁਣਿਆਰੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਇਹ ਸ਼ਬਦ ਹੈ ਕੀਤੋਈ, ਕੀ ਤੋਈ ਪੜਾਂਗੇ ਗਲਤ ਹੋ ਜਾਂਦਾ ਹੈ। ਮੈਨੂੰ ਜੋਗ ਕੀਤੋਈ, ਤੂੰ ਇਹ ਸੱਚੇ ਪਾਤਸ਼ਾਹ ਤੇਰਾ ਕੀਤਾ ਜਾਣਿਆ ਨਹੀਂ ਜਾ ਸਕਦਾ, ਮੈਨੂੰ ਏਡਾ ਜੋਗ ਬਣਾਇਆ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹੋਣ ਕਿ ਸਾਹਿਬ ਗੁਰੂ ਨਾਨਕ ਸਾਹਿਬ ਜੀ ਮੇਰੇ ਅੰਦਰ ਗੁਣ ਤੇ ਨਹੀਂ ਸੀ ਕੋਈ, ਕਿਉਂਕਿ ਸਤਿਗੁਰੂ ਦੀ ਇਹ ਵਡਿਆਈ ਹੈ, ਗੁਰੂ ਨਿਮਾਣਿਆਂ ਨੂੰ ਮਾਣ ਦਿੰਦਾ, ਨਿਤਾਣਿਆਂ ਨੂੰ ਤਾਣ ਦਿੰਦਾ, ਨਿਉਟਿਆਂ ਨੂੰ ਓਟ ਦਿੰਦਾ ਹੈ, ਜਿਹੜੇ ਮੂਰਖ ਨੇ ਉਹਨਾਂ ਨੂੰ ਬੁੱਧੀਵਾਨ ਬਣਾਉਂਦਾ ਹੈ, ਜਿਹੜੇ ਹੰਕਾਰੀ ਨੇ ਉਹਨਾਂ ਨੂੰ ਦੰਡ ਦਿੰਦਾ। ਇਹ ਵੀ ਰੱਬ ਦਾ ਸੁਭਾਅ ਹੈ, ਇਹ ਵੀ ਮਤ ਭੁੱਲਣਾ। ਜਿੱਥੇ ਰੱਬ ਜਿਹੜੇ ਮੂਰਖ ਸ਼ਰਨ ਆ ਜਾਣ ਉਹਨਾਂ ਨੂੰ ਗਿਆਨ ਦੇ ਦਿੰਦਾ ਹੈ, ਜੇ ਕੋਈ ਹੰਕਾਰੀ ਗੁਰੂ ਦੀ ਸੰਗਤ ਚਾਹੇ ਉਹਨੂੰ ਦੰਡ ਵੀ ਦਿੰਦਾ। ਇਹ ਵੀ ਰੱਬ ਦਾ ਸੁਭਾਅ ਹੈ। ਕਹਿੰਦੇ ਇਸ ਕਰਕੇ ਉਹ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਰੋਜ਼ ਦੀ ਰੋਜ਼ ਵਿਚਾਰਦੇ ਰਹਿੰਦੇ ਸੀ, ਮਹਾਰਾਜ ਸਾਹਿਬ ਜੀ ਦੀ ਚਰਚਾ ਰੋਜ਼ ਕਰਦੇ ਰਹਿੰਦੇ ਸਨ। ਜਨਮ ਆਦ ਅਬ ਲਗ ਜੋ ਜਾਣੈ, ਸੋ ਸਭ ਰੀਤੀ ਭਲੇ ਬਖਾਨੈ। ਮਹਾਰਾਜ ਜੀ ਕਹਿਣ ਲੱਗੇ, ਭਾਈ ਜੇ ਮੇਰੇ ਗੁਰੂ ਦੇ ਕੋਈ ਗੁਣ ਜਾਣਦਾ ਹੋਏ ਨਾ, ਉਹਨਾਂ ਦੀ ਕੋਈ ਸਾਖੀ ਜਾਣਦਾ ਹੋਏ, ਉਹ ਆ ਕੇ ਮੇਰੇ ਕੋਲ ਜ਼ਰੂਰ ਦੱਸੇ, ਕਿਉਂਕਿ ਉਹ ਸੁਣਨਾ ਚਾਹੁੰਦੇ ਸਨ ਮਹਾਰਾਜ। ਇਸ ਕਰਕੇ ਸਾਰਿਆਂ ਨੂੰ ਇਹ ਗੱਲ ਸਾਹਿਬ ਜੀ ਕਹਿੰਦੇ ਰਹਿੰਦੇ ਸਨ। ਤਬ ਬੁੱਢਾ ਬੋਲਿਓ ਸੁਖ ਪਾਏ, ਐਸੋ ਏਕ ਪੁਰਖ ਲਖ ਜਾਏ। ਫਿਰ ਬਾਬਾ ਬੁੱਢਾ ਜੀ ਨੇ ਕਿਹਾ, ਮਹਾਰਾਜ ਇੱਕ ਮਨੁੱਖ ਹੈ ਜਿਹਨੇ ਗੁਰੂ ਨਾਨਕ ਸਾਹਿਬ ਬਾਰੇ ਜਿਹੜਾ ਸਾਰਾ ਜਾਣਦੇ ਨੇ। ਉਹ ਜੇ ਉਹ ਪੁਰਖ ਨੂੰ ਅਸੀਂ ਸੱਦ ਲਈਏ ਇੱਥੇ, ਉਹ ਆਪ ਜੀ ਨੂੰ ਰੋਜ਼ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣਾਇਆ ਕਰਨਗੇ। ਬਾਲਾ ਜਾਟ ਵਸਹਿ ਤਲਵੰਡੀ, ਤਿੰਨ ਬਿਲਾਸ ਦੇਖਿਓ ਨਵਖੰਡੀ। ਕਹਿੰਦੇ ਮਹਾਰਾਜ ਜੀ ਕਹਿੰਦੇ ਇੱਕ ਜ਼ਿਮੀਂਦਾਰ ਹੈ, ਜੱਟ ਹੈ, ਭਾਈ ਬਾਲਾ, ਉਹ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ। ਉਹ ਇਹ ਸਾਰਾ ਕੁਝ ਜਾਣਦਾ, ਗੁਰੂ ਨਾਨਕ ਸਾਹਿਬ ਕਿੱਥੇ ਗਏ ਕਿੱਥੇ ਨਹੀਂ ਗਏ। ਜੇ ਆਪਾਂ ਉਹਨਾਂ ਨੂੰ ਸੱਦ ਲਈਏ, ਉਹ ਆਪ ਜੀ ਨੂੰ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਬਾਰੇ ਦੱਸਿਆ ਕਰਨਗੇ। ਰਹਿਓ ਸੰਗ ਸਤਿਗੁਰਾਂ ਕੇ ਸਦਾ, ਸੋ ਤੁਮ ਦਰਸ ਆਏ ਹੈ ਜਦਾ। ਕਹਿੰਦੇ ਮਹਾਰਾਜ ਜੀ ਉਹ ਹਮੇਸ਼ਾ ਉਹਨਾਂ ਦੇ ਨਾਲ ਹੀ ਰਹੇ ਨੇ, ਤੇ ਇਸ ਕਰਕੇ ਅਸੀਂ ਉਹਨਾਂ ਨੂੰ ਸੱਦ ਲੈਂਦੇ ਹਾਂ। ਤਿਸ ਤੇ ਸੁਣੋ ਸਕਲ ਬਿਰਤੰਤਾ, ਜਥਾ ਚਰਿੱਤਰ ਕੀਨ ਭਗਵੰਤਾ। ਇਸ ਕਰਕੇ ਮਹਾਰਾਜ ਜੀ ਆਪ ਜੀ ਉਹਨਾਂ ਕੋਲੋਂ ਕਥਾ ਸੁਣਿਆ ਗੁਰੂ ਨਾਨਕ ਸਾਹਿਬ ਦੀ, ਕਿਉਂਕਿ ਨਾਲ ਰਹੇ ਨੇ, ਜਾਣਦੇ ਵੀ ਨੇ। ਕਿਉਂਕਿ ਜਿਹੜਾ ਨਾਲ ਰਿਹਾ ਹੋਏ, ਜਾਂ ਤੇ ਗੁਰੂ ਦੇ ਨਾਲ ਰਹਿਣ ਵਾਲਾ ਬੜੀ ਸ਼ਰਧਾਵਾਨ ਹੁੰਦਾ ਹੈ, ਤੇ ਜਾਂ ਗੁਰੂ ਤੋਂ ਬੇਮੁਖੀ ਹੁੰਦਾ, ਦੋ ਕੰਮ ਹੁੰਦੇ ਨੇ। ਜਾਂ ਤੇ ਜਿਹੜਾ ਗੁਰੂ ਦੇ ਨਾਲ ਰਹੇ ਬਹੁਤਾ, ਜਾਂ ਤੇ ਉਹ ਬੜਾ ਹੀ ਸ਼ਰਧਾਵਾਨ ਹੋਏਗਾ, ਤੇ ਜਾਂ ਫਿਰ ਗੁਰੂ ਤੋਂ ਜਮਾ ਹੀ ਬੇਮੁਖ ਹੋਏਗਾ। ਦੋ ਕੰਮ ਹੁੰਦੇ ਨੇ। ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੁਨੀ ਚੰਦ ਗੁਰੂ ਸਾਹਿਬ ਜੀ ਦੇ ਨਾਲ ਰਿਹਾ। ਮਹਾਰਾਜ ਜੀ ਕਹਿੰਦੇ ਹਾਥੀ ਆਉਂਦਾ ਲੜੇਗਾ, ਕਹਿੰਦੇ ਮਹਾਰਾਜ ਕੇ ਨਾਲਦਿਆਂ ਨੂੰ ਕਹਿੰਦਾ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਮੇਰਾ ਵੱਡਾ ਸਰੀਰ ਵੇਖ ਕੇ ਨਾ ਮੈਨੂੰ ਮਰਵਾਉਣਾ ਚਾਹੁੰਦੇ ਨੇ ਹਾਥੀ ਕੋਲ। ਭਲਾ ਬੰਦੇ ਵੀ ਕਦੇ ਹਾਥੀਆਂ ਨਾਲ ਲੜੇ ਨੇ। ਰਾਤ ਨੂੰ ਕਿਲੇ ਦੀ ਕੰਧ ਟੱਪੀ ਤੇ ਲੱਤ ਟੁੱਟ ਗਈ, ਘਰ ਜਾ ਕੇ ਸੱਪ ਲੜ ਕੇ ਮਰ ਗਿਆ।
ਪਰ ਇੱਕ ਨਾਲ ਸ਼ਰਧਾ ਵਾਲਾ ਹੀ ਹੈ ਭਾਈ ਬਚਿੱਤਰ ਸਿੰਘ। ਭਾਈ ਬਚਿੱਤਰ ਸਿੰਘ ਨੂੰ ਕਿਹਾ, ਬਚਿੱਤਰ ਸਿੰਘ ਤੂੰ ਲੜੇਗਾ? ਹੱਥ ਜੋੜ ਕੇ ਕਹਿੰਦਾ, ਸਾਹਿਬ ਜੀ ਲੜਨਾ ਤੇ ਮੇਰੇ ਪਿਆਰਿਆਂ ਤੂੰ ਹੀ ਹੋ ਹੈ, ਮੈਂ ਤੇ ਅੱਗੇ ਸਾਧਨ ਆ, ਮੇਰੀ ਕੀ ਔਕਾਤ ਹੈ ਮੈਂ ਹਾਥੀਆਂ ਨਾਲ ਲੜ ਸਕਾਂ। ਪਰ ਸਾਹਿਬ ਮੈਨੂੰ ਇਹ ਗੱਲ ਪਤਾ ਹੈ, ਜਿਹਦੇ ਸਿਰ ਤੇ ਤੁਸੀਂ ਹੱਥ ਰੱਖਦੇ ਹੋ ਸਾਹਿਬ ਜੀ, ਉਹ ਮਨੁੱਖ ਇੱਕ ਹਾਥੀ ਦੀ ਕਿ ਹਜ਼ਾਰਾਂ ਹਾਥੀਆਂ ਨਾਲ ਲੜ ਦੇਗਾ। ਸਾਹਿਬ ਜੀ ਕਿਤੇ ਕਿਰਪਾ ਕਰੋ, ਤੁਸੀਂ ਮੇਰੇ ਸਿਰ ਤੇ ਹੱਥ ਰੱਖੋ, ਮੈਂ ਲੜ ਸਕਦਾ। ਇਸ ਕਰਕੇ ਭਾਈ ਬਾਲਾ ਜੀ ਨਾਲ ਰਹੇ ਨੇ। ਕਹਿੰਦੇ ਮਹਾਰਾਜ ਉਹਨਾਂ ਨੂੰ ਸਦਕੇ, ਉਹ ਬੜੇ ਪ੍ਰੇਮ ਵਾਲੇ ਨੇ। ਆਪ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਰੋਜ਼ ਦੀ ਰੋਜ਼ ਜਿੰਨੇ ਵੀ ਵਰਤਾਂਤ ਹੋਏ ਨੇ ਉਹ ਸੁਣਾਇਆ ਕਰਨਗੇ। ਏਵ ਵਿਚਾਰਤ ਬਾਲਾ ਆਇਓ, ਗੁਰ ਪ੍ਰਸੰਗ ਤਿਨ ਸਕਲ ਸੁਨਾਇਓ। ਐਵੇਂ ਕਹਿ ਕੇ ਭਾਈ ਬਾਲਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ, ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਇਆ। ਜੋ ਵੀ ਵਰਤਾਂਤ ਵਾਪਰਿਆ ਮਹਾਰਾਜ ਦੀ ਨਾਲ, ਉਹ ਸਾਰੇ ਦਾ ਸਾਰਾ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਇਆ ਹੈ। ਸੋ ਹਮ ਪੂਰਬ ਹੀ ਕਹਿ ਆਏ, ਛੰਦ ਚੋਪਈ ਬੰਦ ਬਨਾਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਉਹ ਅਸੀਂ ਪਹਿਲਾਂ ਦੱਸ ਹੀ ਆਏ ਆ। ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣੀ ਹੈ। ਜਿਹੜੀ ਉਹ ਕਥਾ ਅਸੀਂ ਸ਼ਰਵਣ ਕਰ ਰਹੇ ਸੀ, ਉਹ ਸਾਰੀ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਈ, ਤੇ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਪੈੜੇ ਮੋਖੇ ਕੋਲੋਂ ਲਿਖਵਾਈ। ਉਹ ਜਨਮ ਸਾਖੀ ਜਿਹਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਿਹਾ ਜੀ, ਉਹਦੀ ਕਥਾ ਆਪਾਂ ਕਰ ਹੀ ਆਏ ਆ ਪਿੱਛੇ। ਕਹਿੰਦੇ ਉਹ ਆਪ ਜੀ ਨੂੰ ਸਾਰਾ ਬਿਰਤਾਂਤ ਸੁਣਾ ਦਿੱਤਾ ਹੈ। ਸ੍ਰੀ ਬਾਬਾ ਨਾਨਕ ਜੀ ਜੈਸੇ, ਕਰੇ ਪ੍ਰਸੰਗ ਸੁਣੇ ਸਭ ਤੈਸੇ। ਬਾਬਾ ਨਾਨਕ ਜੀ ਕੈਸੇ ਸਨ, ਉਹਨਾਂ ਦੇ ਕੀ ਉਹਨਾਂ ਕੋਤਕ ਵਰਤਾਏ, ਉਹ ਸਾਰੇ ਮਹਾਰਾਜ ਜੀ ਦੇ ਸੁਣਾਏ। ਉਹ ਕਹਿੰਦੇ ਆਪਾਂ ਪਹਿਲਾਂ ਹੀ ਸੁਣ ਆਏ ਹਾਂ। ਨਿਸ ਦਿਨ ਪ੍ਰੇਮ ਲੱਗਿਓ ਤਿਨ ਕੇਰਾ, ਸਿਮਰਹਿ ਸਤਿਗੁਰ ਸਾਂਝ ਸਵੇਰਾ। ਕਹਿੰਦੇ ਦਿਨ ਰਾਤ ਉਹ ਜਿਹੜੀ ਕਥਾ ਹੈ ਉਹਨੂੰ ਸੁਣਨ ਦੇ ਨਾਲ ਦਿਨ ਰਾਤ ਸਤਿਗੁਰੂ ਦਾ ਪ੍ਰੇਮ ਲੱਗਦਾ ਹੈ, ਤੇ ਮਨੁੱਖ ਦਿਨ ਰਾਤ ਗੁਰੂ ਨੂੰ ਸਿਮਰਦਾ ਰਹਿੰਦਾ ਹੈ। ਸੁਣੀ ਜਨਮ ਸਾਖੀ ਗੁਰ ਸਾਰੀ, ਕੁਛ ਵਿਰਾਗ ਤੇ ਧੀਰਜ ਧਾਰੀ। ਕਹਿੰਦੇ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਜਨਮ ਸਾਖੀ ਸੁਣੀ। ਉਹਦੇ ਨਾਲ ਇੱਕ ਤੇ ਉਹਨਾਂ ਦੇ ਵਿੱਚ ਵਿਰਾਗ ਪੈਦਾ ਹੋਇਆ, ਪਰ ਗੁਰੂ ਦੀ ਸਾਖੀ ਸੁਣ ਕੇ ਧੀਰਜ ਵੀ ਪੈਦਾ ਹੋਇਆ ਹੈ। ਨਿਜ ਸੇਖਨ ਕੇ ਭਾਗ ਵਿਸਾਲਾ, ਸੇਵ ਹੈ ਬਾਨੀ ਸੁਣੈ ਰਸਾਲਾ। ਜਿਹੜੇ ਮਹਾਰਾਜ ਜੀ ਦੇ ਕੋਲ ਸਿੱਖ ਰਹਿੰਦੇ ਨੇ ਉਹਨਾਂ ਦੇ ਬੜੇ ਵੱਡੇ ਭਾਗ ਨੇ, ਕਿਉਂਕਿ ਇੱਕ ਤੇ ਗੁਰੂ ਦੀ ਸੇਵਾ ਕਰਦੇ ਨੇ, ਨਾਲੇ ਗੁਰਬਾਣੀ ਸੁਣਦੇ ਨੇ। ਜਿਵੇਂ ਆਪਾਂ ਇੱਥੇ ਆਏ ਆ, ਕਿੱਡੇ ਵੱਡੇ ਭਾਗ ਨੇ। ਇੱਕ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ, ਉੱਤੋਂ ਨਾਲ ਗੁਰੂ ਦੀ ਸਾਖੀ ਸੁਣ ਰਹੇ, ਗੁਰੂ ਦੀ ਕਥਾ, ਗੁਰੂ ਦਾ ਕੀਰਤਨ ਸੁਣਨ ਕਰ ਰਹੇ ਹਾਂ। ਇਹ ਬੜੇ ਵੱਡੇ ਭਾਗਾਂ ਵਾਲੀ ਗੱਲ ਹੈ। ਤਉ ਗੁਰ ਅੰਗਤ ਇਸ ਰੀਤਾ, ਬੋਲੇ ਅਲਪ ਨਾ ਠਾਨੇ ਪ੍ਰੀਤਾ। ਇਸ ਰੀਤੀ ਅਨੁਸਾਰ ਗੁਰੂ ਅੰਗਦ ਸਾਹਿਬ ਜੀ ਰੋਜ਼ ਦੀ ਰੋਜ਼ ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਸੁਣਦੇ ਸੀ। ਬੋਲਦੇ ਘੱਟ ਸਨ, ਚੁੱਪ ਕਰਕੇ ਮਹਾਰਾਜ ਜੀ ਸੁਣਦੇ ਜਾਂਦੇ ਸਨ। ਬਾਲਕ ਦਸਾ ਵਿਖੈ ਨਿਤ ਰਹਿ, ਹਰਖ ਸ਼ੋਕ ਜਿਨ ਲੇਸ ਨ ਅਹੈ। ਮਹਾਰਾਜ ਜੀ ਬਾਲਕ ਦਸ਼ਾ ਦੇ ਵਾਂਗ ਰਹਿੰਦੇ ਸਨ, ਨਾ ਕਿਸੇ ਨਾਲ ਹਰਖ ਕਰਨਾ, ਨਾ ਸ਼ੋਕ ਕਰਨਾ, ਨਾ ਹੱਸਣਾ ਤੇ ਨਾ ਸ਼ੋਕ ਕਰਨਾ। ਇਸ ਦਸ਼ਾ ਵਿੱਚ ਮਹਾਰਾਜ ਰਿਹਾ ਕਰਦੇ ਸਨ। ਦੋਹਰਾ ਨਿਤਾ ਪ੍ਰਤ ਸ੍ਰੀ ਸਤਿਗੁਰ, ਇਹ ਵਿਦ ਕਰਤ ਉਚਾਰ। ਸਦਾ ਸਤਿਗੁਰੂ ਜੀ ਇਸ ਤਰ੍ਹਾਂ ਉਚਾਰਨ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਜਿੰਨੇ ਵੀ ਵਰਤਾਂਤ ਸਨ ਉਹਨੂੰ ਸ਼ਰਵਣ ਕਰਿਆ ਕਰਦੇ ਸਨ। ਸੁਣਤ ਉਚਾਰਤ ਸਿੱਖ ਕੋ, ਭੋਜਲ ਕਰ ਹੈ ਪਾਰ। ਜੇ ਗੁਰੂ ਜੀ ਦੀ ਦਸੀਆਂ ਹੋਈਆਂ ਸਾਖੀਆਂ ਨੂੰ, ਉਹਨਾਂ ਦੀ ਬਾਣੀ ਨੂੰ, ਉਹਨਾਂ ਦੀ ਸਿੱਖਿਆ ਨੂੰ ਜੇ ਕੋਈ ਸਿੱਖ ਸੁਣ ਲਏ ਨਾ, ਉਹਦਾ ਕਹਿੰਦੇ ਇਹ ਫਲ ਹੈ, ਉਹਦੇ ਮਨ ਦੇ ਵਿੱਚੋਂ ਮੈਲ ਨਿਕਲ ਜਾਂਦੀ, ਉਹਨੂੰ ਦੁਨੀਆ ਦੀ ਸੱਚਾਈ ਪਤਾ ਲੱਗਦੀ ਹੈ। ਦੁਨੀਆ ਦੇ ਵਿੱਚ ਕਿਹੜੀ ਚੀਜ਼ ਚੰਗੀ ਹੈ, ਕਿਹੜੀ ਮਾੜੀ ਹੈ, ਇਹ ਵੀ ਸਮਝ ਲਓ ਵੀ ਜਿਹੜਾ ਸਿੱਖ ਗੁਰੂ ਦੇ ਬਾਣੀ ਨੂੰ ਪੜ੍ਹਨ ਲੱਗ ਜਾਏ, ਗੁਰੂ ਦਾ ਨਾਮ ਜਪਣ ਲੱਗ ਜਾਏ, ਉੱਤੇ ਐਸੀ ਕਿਰਪਾ ਹੋ ਜਾਂਦੀ ਹੈ, ਉਹ ਆਮ ਮਨੁੱਖਾਂ ਨਾਲੋਂ ਜ਼ਿਆਦਾ ਸਿਆਣਾ ਹੋ ਜਾਂਦਾ, ਜ਼ਿਆਦਾ ਉਹਦੀ ਬੁੱਧੀ ਏਡੀ ਵੱਧ ਜਾਂਦੀ। ਇਹ ਕੋਈ ਅਤ ਕਥਨੀਆਂ ਨਹੀਂ ਨੇ, ਗੁਰੂ ਸਾਹਿਬ ਕਹਿੰਦੇ ਨੇ ਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਨੇ
ਸੁਣਿਆ ਸਿੱਧ ਪੀਰ ਸੁਰਨਾਥ। ਜਿਹੜਾ ਕੋਈ ਨਾਮ ਜਪੇ ਉਹਨੂੰ ਸਿੱਧ ਪੀਰਾਂ ਨੂੰ ਪੂਜਣ ਦੀ ਲੋੜ ਨਹੀਂ, ਉਹ ਖੁਦ ਪੀਰ ਬਣ ਜਾਂਦਾ। ਐਸੀ ਕਿਰਪਾ। ਉਹਨੂੰ ਪੀਰ ਤੇ ਵੀਰਵਾਰ ਨੂੰ ਦੀਵਾ ਲਗਾਉਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਖੁਦ ਪੀਰ ਬਣ ਜਾਂਦਾ, ਲੋੜ ਨਹੀਂ। ਇੱਡੀ ਉੱਤੇ ਕਿਰਪਾ ਹੋ ਜਾਂਦੀ ਹੈ। ਐਸੀ ਉਹਦੀ ਕਿਰਪਾ। ਨਾਮ ਦੇ ਵਿੱਚ ਐਸੀ ਕਿਰਪਾ ਹੈ, ਸਤ ਸੰਗਤ ਦੇ ਵਿੱਚ ਐਸੀ ਕਿਰਪਾ ਹੈ। ਜੇ ਮਨੁੱਖ ਨਿਤਾ ਪ੍ਰਤ ਕਰੇ ਤੇ ਰੋਜ਼ ਆਪਣੇ ਘਰ ਜਾ ਕੇ ਬਾਣੀ ਵੀ ਪੜ੍ਹੇ ਤੇ ਨਾਮ ਵੀ ਜਪੇ, ਉਹਦੇ ਘਰ ਦੇ ਵਿੱਚੋਂ ਜਿਹੜਾ ਕਲਯੁਗੀ ਬਿਰਤੀਆਂ ਨੂੰ ਨਿਕਲ ਜਾਂਦੀਆਂ ਨੇ। ਜਿੰਨਾ ਵੀ ਘਰ ਦੇ ਵਿੱਚ ਜੋ ਕੁਝ ਵੀ ਹੈ ਬਿਰਤੀਆਂ ਹੀ ਨੇ। ਕਦੀ ਸਤਜੁਗੀ ਆ ਜਾਂਦੀ ਹੈ, ਕਦੀ ਕਲਯੁਗੀ। ਜੇ ਸੱਚ ਦੀ ਵਿਚਾਰ ਚੱਲੇਗੀ ਘਰ ਤੇ ਸਤਜੁਗੀ ਆ ਜਾਏਗੀ। ਪਰ ਅਸਲ 'ਚ ਗੁਰੂ ਨਾਨਕ ਸਾਹਿਬ ਜੀ ਦਾ ਸੁਪਨਾ ਸੀ ਇਹ। ਮਹਾਰਾਜ ਜੀ ਦੇ ਬਾਰੇ ਨਾ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਮਹਾਰਾਜ ਜੀ ਦਾ ਇਹ ਸੁਪਨਾ ਸੀ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸਰ। ਇਹ ਮੇਰੇ ਸਾਹਿਬ ਦਾ ਸੁਪਨਾ ਸੀ, ਹਰੇਕ ਸਿੱਖ ਦਾ ਘਰ ਹੀ ਗੁਰਦੁਆਰਾ ਬਣੇ। ਮੇਰੇ ਗੁਰੂ ਜੀ ਚਾਹੁੰਦੇ ਸਨ। ਪਰ ਅਸਲ 'ਚ ਕੀ ਹੋਇਆ, ਸਿੱਖ ਆਪਣੇ ਮਾਰਗ ਤੋਂ ਭਟਕਿਆ। ਉਹਨੇ ਗੁਰੂ ਨੂੰ ਹੋਰ ਤਰੀਕੇ ਨਾਲ ਸਮਝਿਆ। ਗੁਰੂ ਦੇ ਗੁਰਦੁਆਰੇ ਮੱਥਾ ਟੇਕਣ ਵੀ ਆਇਆ ਤੇ ਕਈ ਵਾਰ ਘਰਾਂ ਦੇ ਵਿੱਚ ਕੋਈ ਬਜ਼ੁਰਗ ਚੜ੍ਹਾਈ ਕਰ ਗਏ, ਉਹ ਬਾਣੀ ਪੜ੍ਹਦੇ ਸਨ, ਉਹ ਉਹਨਾਂ ਦੀਆਂ ਸਾਰੀਆਂ ਪੋਥੀਆਂ ਗੁਰਦੁਆਰੇ ਦੇ ਗਏ। ਇਹਦੇ ਨਾਲ ਕੀ ਹੋਇਆ, ਜਿਹੜੀਆਂ ਬਰਕਤਾਂ ਸਨ ਉਹ ਵੀ ਗੁਰਦੁਆਰੇ ਹੀ ਆ ਗਈਆਂ। ਗੱਲ ਇਹ ਵੀ ਸੀ, ਜਿਹੜੀ ਘਰ ਦੇ ਵਿੱਚ ਬਰਕਤ ਸੀ ਉਹ ਪੋਥੀਆਂ ਨਾਲ ਤੇ ਹੈਗੀ ਸੀ। ਉਹ ਪੋਥੀਆਂ ਗੁਰਦੁਆਰੇ ਆਈਆਂ, ਪੋਥੀਆਂ ਬਰਕਤਾਂ ਵੀ ਨਾਲ ਹੀ ਲੈ ਆਈਆਂ। ਸ਼ਾਂਤੀ ਵੀ ਘਰੋਂ ਨਾਲ ਹੀ ਗੁਰਦੁਆਰੇ। ਗੁਰਦੁਆਰੇ ਤੇ ਵੈਸੇ ਹੀ ਸ਼ਾਂਤੀ ਬੜੀ ਹੈ, ਪਰ ਮੇਰੇ ਮਹਾਰਾਜ ਦੀ ਜਿੰਨੀਆਂ ਪੋਥੀਆਂ ਘਰਾਂ 'ਚ ਉਹ ਵੀ ਇੱਥੇ ਆ ਗਈਆਂ ਤੇ ਘਰਾਂ ਦੇ ਵਿੱਚ ਫਿਰ ਅਸ਼ਾਂਤੀ ਫੈਲ ਗਈ। ਐਸਾ ਨਹੀਂ ਅੱਜ ਘਰਾਂ 'ਚ ਲੜਾਈ ਕੋਈ ਰਾਸ਼ਨ ਪਾਣੀ ਦੀ ਨਹੀਂ ਹੈ। ਅੱਜ ਵੀ ਰਾਜਸਥਾਨ 'ਚ ਸਿੱਖ ਰਹਿੰਦੇ ਨੇ। ਕਈ ਵਾਰੀ ਉੱਧਰ ਜਾਣ ਦਾ ਮੌਕਾ ਮਿਲਿਆ, ਮੈਂ ਵੇਖਦਾ ਜਿਵੇਂ ਇੱਥੇ ਪਹਿਲਾਂ 50-50 ਜਣੇ ਇੱਕੋ ਘਰ 'ਚ ਰਹਿੰਦੇ ਸਨ, ਅੱਜ ਵੀ ਰਹਿੰਦੇ ਨੇ, ਇੱਕੋ ਚੁੱਲ੍ਹੇ 'ਤੇ ਰੋਟੀ ਪਕਾਉਣੀ। ਤੇ ਉਹ ਬੜੇ ਹੱਸਦੇ ਖੇਡਦੇ ਨੇ, ਲੜਾਈ ਉਹਨਾਂ ਵਿੱਚ ਕੋਈ ਨਹੀਂ। ਮੈਂ ਇੱਕ ਘਰ ਦੇ ਵਿੱਚ ਮੈਨੂੰ ਰਹਿਣ ਦਾ ਮੌਕਾ, ਕਹਿੰਦੇ ਬਾਬਾ ਜੀ ਤੁਸੀਂ ਅੱਡ ਕਮਰੇ 'ਚ। ਮੈਂ ਨਹੀਂ, ਮੈਂ ਇੱਥੇ ਹੀ ਬਾਹਰ ਹੀ ਮੇਰੀ ਵਿਹੜੇ 'ਚ ਮੰਜੀ ਡਾਓ, ਮੈਂ ਇੱਥੇ ਹੀ ਵੇਖਾਂਗਾ ਵੀ ਤੁਸੀਂ ਰਹਿੰਦੇ ਕਿਵੇਂ ਜੇ। ਮੈਂ ਵੇਖਿਆ ਉਹਨਾਂ ਦੇ ਬੱਚੇ ਉੱਥੇ ਖੇਡਦੇ ਫਿਰ, ਸਾਰੇ ਬੜੇ ਖੁਸ਼। ਮੈਂ ਕਹਿੰਦਾ ਵੀ ਅੱਜ ਏਡੀ ਵੱਡੀ ਕੋਠੀ ਹੁੰਦੀ ਹੈ, ਜੀ ਦੋ ਹੁੰਦੇ ਨੇ, ਦੋਵੇਂ ਲੜਦੇ ਰਹਿੰਦੇ, ਤੀਜਾ ਤੇ ਹੈ ਹੀ ਨਹੀਂ ਵਿੱਚ ਕੋਈ। ਕਿਉਂ ਮਾਂ-ਬਾਪ ਨੂੰ ਮਨੁੱਖ ਪਹਿਲਾਂ ਹੀ ਘਰ ਤੋਂ ਕਹਿੰਦਾ ਵੀ ਤੂੰ ਦੂਜੇ ਨਾਲ ਰਹਿ, ਉਹ ਕਹਿੰਦਾ ਉਹਦੇ ਨਾਲ ਰਹਿ। ਉਹ ਰਹਿੰਦੇ ਦੋ ਨੇ, ਦੋਵੇਂ ਹੀ ਆਪਸ ਦੇ ਵਿੱਚ ਸੁਖੀ ਨਹੀਂ, ਦੋਵੇਂ ਲੜਾਈ ਕਰਦੇ ਨੇ। ਇਹਦਾ ਕਾਰਨ ਕੀ ਹੈ? ਕਿਉਂਕਿ ਘਰ ਦੇ ਵਿੱਚ ਗੁਰੂ ਦਾ ਪ੍ਰਕਾਸ਼ ਨਹੀਂ, ਗੁਰੂ ਦੀਆਂ ਪੋਥੀਆਂ ਨਹੀਂ, ਨਾ ਕੋਈ ਪੜ੍ਹਨ ਵਾਲਾ ਹੈ, ਨਾ ਕੋਈ ਸੰਥਿਆ ਕਿਸੇ ਲਈ। ਜਿਉਂ-ਜਿਉਂ ਘਰਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਸਨ, ਇਹ ਜਿੰਨੀਆਂ ਕਲਯੁਗੀ ਬਿਰਤੀਆਂ ਸਨ ਇਹ ਬਾਹਰ ਰਹਿੰਦੀਆਂ ਸੀ। ਇਹਨਾਂ ਨੂੰ ਹਦਾਇਤ ਨਹੀਂ ਸੀ ਜਿੱਥੇ ਗੁਰੂ ਦੀ ਗੱਲ ਚੱਲਦੀ ਉੱਥੇ ਜਾਣ, ਕਿਉਂਕਿ ਕਲਯੁਗ ਨੂੰ ਇਹ ਹੁਕਮ ਨਹੀਂ ਹੈ ਜਿੱਥੇ ਕਿਤੇ ਸਤ ਸੰਗਤ ਹੁੰਦੀ ਹੋਏ ਉੱਥੇ ਉਹ ਆ ਜਾਏ, ਉਹਨੂੰ ਹੁਕਮ ਨਹੀਂ ਹੈ। ਕਲਯੁਗ ਉੱਥੇ ਆਉਂਦਾ ਹੈ ਜਿੱਥੇ ਸਤ ਸੰਗਤ ਨਾ ਹੋਏ। ਕਹਿੰਦੇ ਨੇ ਕਿ ਚਲੋ ਹੈ ਤੇ ਕਹਾਣੀ, ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਕੋਲ ਕਲਯੁਗ ਤੁਰ ਕੇ ਆਇਆ ਨਾ, ਕਲਯੁਗ ਇਹ ਕਹਿੰਦਾ ਮਹਾਰਾਜ ਮੈਨੂੰ ਵੀ ਅੰਦਰ ਬਹਿਣ ਦਿਓ। ਸਤ ਸੰਗਤ ਕਹਿੰਦੇ ਨਾ, ਤੂੰ ਬਾਹਰ ਰਹਿਣਾ ਹੈ। ਕਹਿੰਦੇ ਫਿਰ ਕਿਸੇ ਤਰੀਕੇ ਨਾਲ ਤੇ ਮੈਨੂੰ ਚਰਨੀ ਲਾਓ। ਕਹਿੰਦੇ ਫਿਰ ਜਦੋਂ ਪ੍ਰਸ਼ਾਦ ਵਰਤਿਆ ਕਰੇਗਾ ਨਾ ਤੂੰ ਉਦੋਂ ਆ ਜਾਇਆ ਕਰੀ। ਹੁਣ ਵੇਖਿਓ ਜਦੋਂ ਪ੍ਰਸ਼ਾਦ ਵਰਤਦਾ ਨਾ ਕਿੰਨਾ ਰੌਲਾ ਪੈਂਦਾ। ਉਵੇਂ ਦੇ ਪ੍ਰਸ਼ਾਦ ਦੇਖਦਾ ਹੋਏ ਤੇ ਦੂਜੀ ਗੱਲ ਹੈ, ਜੇ ਕਿਤੇ ਕੇਲੇ ਫਰੂਟ ਦਾ ਹੋਏ ਤੇ ਬਹੁਤ ਰੌਲਾ ਪੈਂਦਾ। ਨਗਰ ਕੀਰਤਨ ਦੇ ਦੇਖਦੇ ਆ ਇੱਕ ਦੂਜੇ ਦੇ ਉੱਤੇ ਚੜ੍ਹ ਜਾਂਦੇ ਨੇ ਲੋਕ। ਇਹ ਜਦੋਂ ਪ੍ਰਸ਼ਾਦ ਵਰਤਦਾ ਉਦੋਂ ਕਲਯੁਗ ਆ ਜਾਂਦਾ। ਉਹ ਕਹਿੰਦਾ ਮੈਨੂੰ ਪ੍ਰਸ਼ਾਦ ਜੋਗਾ ਤੇ ਰਹਿਣ ਦਿਓ। ਉਹ ਜਦੋਂ ਪ੍ਰਸ਼ਾਦ ਵਰਤਿਆ ਉਦੋਂ ਆ ਜਾਂਦਾ। ਇਸ ਕਰਕੇ ਸਾਹਿਬ ਜੀ ਮਹਾਰਾਜ ਇਹ ਗੱਲ ਕਹਿੰਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਏਡੀ ਕਿਰਪਾ ਸੀ, ਜਿਹੜੇ ਜਿਹੜੇ ਸਿੱਖਾਂ ਨੇ ਗੁਰੂ ਨਾਨਕ ਨੂੰ ਆਪਣੇ ਘਰ ਦੇ ਵਿੱਚ ਬੜੇ ਸਤਿਕਾਰ ਨਾਲ ਕਿਹਾ। ਸਵੇਰੇ ਕਹਿੰਦੇ ਨੇ ਮਹਾਰਾਜ ਮੇਰੀ ਬੜੀ ਵੱਡੀ ਕਿਸਮਤ ਹੈ, ਮੇਰੇ ਘਰ ਵਿੱਚ ਮੇਰੇ ਗੁਰੂ ਸਾਹਿਬ ਦਾ ਜਪਜੀ ਸਾਹਿਬ ਦੀ ਬਾਣੀ ਹੈ, ਮੈਂ ਪੜ੍ਹਦਾ ਰੋਜ਼। ਮੇਰੇ ਘਰ 'ਚ ਗੁਰੂ ਨਾਨਕ ਸਾਹਿਬ ਜੀ ਰੋਜ਼ ਬੋਲਦੇ ਨੇ, ਕਿੱਡੀ ਵੱਡੀ ਕਿਰਪਾ ਦੀ ਗੱਲ ਹੈ। ਇਹ ਕਰਕੇ ਯਾਦ ਰੱਖਣਾ ਸਾਧ ਸੰਗਤ ਜੀ, ਜਿਸ ਦਿਨ ਗੁਰੂ ਨਾਨਕ ਸਾਹਿਬ ਉਦਾਸੀਆਂ 'ਤੇ ਜਾਂਦੇ ਸਨ ਤੇ ਕਈਆਂ ਸਿੱਖਾਂ ਬੇਨਤੀ ਕਰਨੀ ਹੱਥ ਜੋੜ ਕੇ, ਮਹਾਰਾਜ ਹੁਣ ਕਦੋਂ ਆਓਗੇ? ਤੇ ਮਹਾਰਾਜ ਕਹਿੰਦੇ ਭਾਈ ਹੁਣ ਤੇ ਮੈਂ ਅੱਗੇ ਤੁਰਿਆ, ਹੁਣ ਤੇ ਚੱਕਰ ਸ਼ਾਇਦ ਨਾ ਹੀ ਲੱਗੇ। ਤੇ ਅਸੀਂ ਕਿੱਡੇ ਕਰਮਾਂ ਵਾਲੇ ਆ, ਸਾਡੇ ਘਰਾਂ 'ਚ ਗੁਰੂ ਸਾਹਿਬ ਜਪਜੀ ਸਾਹਿਬ ਦੇ ਰੂਪ 'ਚ ਬਾਣੀ ਦੇ ਰੂਪ 'ਚ ਆਏ, ਮੁੜ ਕੇ ਗਏ ਹੀ ਨਹੀਂ।
ਸਾਡੇ ਘਰਾਂ 'ਚ ਹੀ ਬੈਠੇ ਨੇ, ਵੇਖਣ ਵਾਲੀ ਅੱਖ ਚਾਹੀਦੀ ਹੈ ਬਸ। ਗੱਲ ਤੇ ਅੱਖ ਵਾਲੀ ਹੈ, ਚਸ਼ਮਾ ਲਾਉਣਾ ਹੈ ਬਸ। ਜੇ ਅਸੀਂ ਇਹ ਸੋਚੀਏ ਭਾਈ ਕਿਸੇ ਨੇ ਘਰ ਦੇ ਵਿੱਚ ਨਾ ਕੋਈ ਗੀਤ ਗੰਦਾ ਨਹੀਂ ਚਲਾਉਣਾ, ਕਿਸੇ ਨੇ ਗਾਲ ਨਹੀਂ ਕੱਢਣੀ, ਕਿਉਂ? ਗੁਰੂ ਨਾਨਕ ਸਾਹਿਬ ਰਹਿੰਦੇ ਨੇ ਸਾਡੇ ਘਰ 'ਚ, ਉਹ ਨਹੀਂ ਇਹ ਚੀਜ਼ ਨੂੰ ਬਰਦਾਸ਼ਤ ਕਰਦੇ। ਕਿਉਂਕਿ ਮੇਰਾ ਘਰ ਹੈ, ਗੁਰੂ ਨਾਨਕ ਦਾ ਘਰ ਹੈ, ਤੇ ਗੁਰੂ ਨਾਨਕ ਦਾ ਘਰ ਹੈ ਗੁਰਦੁਆਰਾ। ਗੁਰਦੁਆਰੇ 'ਚ ਵੇਖਿਆ ਕੋਈ ਅੰਦਰ ਕੋਈ ਮਾੜਾ ਸ਼ਬਦ ਬੋਲਦਾ ਹੋਵੇ? ਨਹੀਂ ਬੋਲਦਾ ਭਾਈ। ਇਸ ਕਰਕੇ ਮੇਰਾ ਘਰ ਗੁਰੂ ਨਾਨਕ ਦਾ ਘਰ ਹੈ, ਮੇਰੇ ਘਰ ਦੇ ਵਿੱਚ ਮਾੜੀ ਗੱਲ ਨਹੀਂ ਕਰਨੀ। ਜੇ ਤੁਸੀਂ ਕਰਨੀ ਹੈ ਮੇਰੇ ਘਰ ਤੋਂ ਬਾਹਰ ਕਰੋ ਭਾਈ ਜੀ। ਮੈਂ ਐਸਾ ਰਿਸ਼ਤਾ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਇਹ ਤੇ ਗਲਤ ਕਰੋ ਨਾ। ਪਰ ਗੁਰੂ ਨਾਨਕ ਦੇ ਸਿੱਖਾਂ ਦੇ ਘਰਾਂ 'ਚ, ਗੁਰੂ ਨਾਨਕ ਦੀਆਂ ਸਿੱਖਾਂ ਨੇ ਪੋਥੀਆਂ ਗੁਰਦੁਆਰੇ ਦਿੱਤੀਆਂ, ਪਰ ਵੇਖੋ ਥੀਏਟਰ ਜ਼ਰੂਰ ਬਣ ਗਏ। ਅੱਜ ਮੈਂ ਕਈ ਵਾਰੀ ਵੇਖਦਾ ਕਈ ਘਰਾਂ ਦੇ ਵਿੱਚ ਨਸ਼ਿਆਂ ਦੇ ਬਾਰ ਬਣੇ ਹੋਏ ਨੇ, ਮੰਨਣ ਵਾਲੇ ਗੁਰੂ ਘਰ ਨੂੰ। ਇਹਦਾ ਮਤਲਬ ਇਹ ਹੈ ਉਹਨਾਂ ਦੇ ਬਜ਼ੁਰਗਾਂ ਨੇ ਜਿਹੜੀਆਂ ਬਖਸ਼ਿਸ਼ਾਂ ਇਕੱਠੀਆਂ ਕੀਤੀਆਂ, ਉਹਨਾਂ ਨੇ ਮਹਾਰਾਜ ਦੀਆਂ ਪੋਥੀਆਂ ਗੁਰਦੁਆਰੇ ਦੇ ਕੇ ਤਿਲਾਂਜਲੀ ਦੇ ਦਿੱਤੀ। ਮੈਂ ਇੱਕ ਦਿਨ ਇੱਥੇ ਲਾਇਬ੍ਰੇਰੀ ਦੇ ਵਿੱਚ ਕੋਈ ਸੱਜਣ ਪੋਥੀਆਂ ਦੇਣ ਆ ਗਏ। ਕਹਿੰਦੇ ਭਾਈ ਤੁਸੀਂ ਕਿਉਂ ਦੇਣ ਆਏ? ਕਹਿੰਦੇ ਸਾਡੇ ਘਰ 'ਚ ਨਾ ਜਿਹੜੇ ਮੇਰੇ ਬੀਬੀ ਕਹਿੰਦੇ ਘਰ ਦੇ ਨੇ ਜਿਹੜੇ ਆਂਡਾ ਛਕਦੇ ਨੇ, ਨਾਲ ਕਈ ਵਾਰੀ ਸ਼ਰਾਬ ਪੀ ਲੈਂਦੇ ਨੇ, ਤੇ ਇਸ ਕਰਕੇ ਮੈਂ ਸੋਚਦੀ ਵੀ ਮੇਰੇ ਤੋਂ ਪਾਪ ਹੋ ਰਿਹਾ। ਮੈਂ ਬੀਬੀ ਤੂੰ ਇਸ ਘਰ 'ਚ ਹੀ ਰਹਿ, ਇੱਥੇ ਬਹਿ ਕੇ ਤੂੰ ਇਹ ਪਾਠ ਕਰਿਆ ਕਰ। ਗੁਰੂ ਨਾਨਕ ਦੀ ਬਖਸ਼ਿਸ਼ ਐਸੀ ਹੈ, ਇਹਨੂੰ ਬਾਹਰ ਜਾਣਾ ਪੈਣਾ, ਪੋਥੀਆਂ ਕਿਉਂ ਜਾਣ? ਪੋਥੀਆਂ ਕੇ ਰੋਜ਼ ਕਿਆ ਕਰ? ਮਹਾਰਾਜ ਤੁਸੀਂ ਤੇ ਇਸ ਘਰ ਦੇ ਵਾਲਕ ਜੇ, ਤੁਸੀਂ ਕਿਉਂ ਬਾਹਰ ਜਾਓ? ਇਹ ਮਾੜੀ ਚੀਜ਼ ਇੱਥੋਂ ਜਾਏਗੀ। ਰੋਜ਼ ਬੇਨਤੀ ਕਰੋ, ਇੱਕ ਦਿਨ ਜਾਣਾ ਪਏਗਾ। ਇਹ ਸ਼ਕਤੀ ਹੈ ਬਾਣੀ 'ਚ। ਤੇ ਬੀਬੀ ਕਹਿੰਦੀ ਚਲੋ ਠੀਕ ਹੈ, ਕਹਿ ਕਵਾ ਕੇ ਚਲੋ ਮਨ ਉਹਦਾ ਬਣਿਆ ਤੇ ਚਲੀ ਗਈ। ਉਹ 6 ਮਹੀਨਿਆਂ ਬਾਅਦ ਦੁਬਾਰਾ ਆਏ ਉੱਥੇ ਲਾਇਬ੍ਰੇਰੀ 'ਚ। ਮੈਨੂੰ ਭਾਈ ਬਲਕਾਰ ਸਿੰਘ ਜੀ ਦੱਸ ਰਹੇ, ਕਹਿੰਦੇ ਨੇ ਅੱਜ ਇਹਨਾਂ ਉਹ ਸਾਰਾ ਕੁਝ ਛੱਡ ਦਿੱਤਾ, ਹੁਣ ਇਹ ਵੀ ਸਹਿਜ ਪਾਠ ਕਰਦੇ ਨੇ ਨਾਲ ਉਸੇ ਪੋਥੀ। ਇਹ ਕਮਾਲ ਹੈ, ਇਹ ਮੇਰੇ ਮਹਾਰਾਜ ਦੀ ਬਾਣੀ ਦੇ ਗੁਣ ਨੇ। ਇਸ ਕਰਕੇ ਮਹਾਰਾਜ ਦੀ ਕਥਾ ਰੋਜ਼ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਜੀਵਨ ਦੀਆਂ ਵਾਰਤਾਂ ਰੋਜ਼ ਸੁਣਿਆ ਕਰਦੇ ਸਨ। ਚੌਪਈ ਜਾਮ ਜਾਮਨੀ ਜਾਗਰਣ ਹੋਏ, ਸਹਿਜਾ ਤਜਹ ਸੈਨ ਕੀ ਜੋਏ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਪਹਿਰ ਰਾਤ ਰਹਿੰਦਿਆਂ ਉੱਠ ਖੜੋਣਾ, ਤੇ ਜਿਹੜੇ ਬਿਸਤਰੇ ਤੇ ਸੋਣਾ ਉਹਨੂੰ ਛੱਡ ਦੇਣਾ। ਇਹ ਗੱਲ ਹੋਰ ਵੀ ਯਾਦ ਰੱਖਣਾ, ਕਈ ਵਾਰੀ ਸਿੱਖਾਂ ਦਾ ਇਹ ਸ਼ੰਕਾ ਹੁੰਦਾ ਹੈ, ਅਸੀਂ ਬਾਣੀ ਤੇ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਉਹੀ ਬਿਸਤਰੇ ਤੇ ਉੱਠ ਕੇ ਬਹਿ ਜਾਂਦੇ ਹਾਂ, ਪਰ ਨਾਲ ਹੀ ਨੀਂਦਰ ਆ ਜਾਂਦੀ ਹੈ। ਨਹੀਂ, ਜਿਹੜੇ ਬਿਸਤਰੇ ਤੇ, ਪਹਿਲੀ ਗੱਲ ਤੇ ਜਿਹੜੇ ਕਮਰੇ, ਜੇ ਕਮਰਾ ਇੱਕ ਹੀ ਹੈ ਤੇ ਕੱਲ ਕੋਈ ਗੱਲ ਨਹੀਂ, ਜੇ ਦੋ ਨੇ ਤੇ ਫਿਰ ਦੂਜੇ ਵਿੱਚ ਕਰੋ, ਜੇ ਤੇ ਸੁੱਤੇ ਉਹ 'ਚ ਨਹੀਂ। ਜਿਹੜੇ ਕਮਰੇ, ਜਿਹੜੇ ਬਿਸਤਰ ਤੇ ਅਸੀਂ ਸੋਏ ਹੋਈ ਹੈ ਨਾ, ਉੱਤੇ ਤੇ ਪਹਿਲਾਂ ਹੀ ਕਲਯੁਗ ਵਾਪਰ ਰਿਹਾ, ਨੀਂਦਰ ਵਾਪਰ ਰਹੀ ਹੈ ਉੱਤੇ। ਉੱਤੋਂ ਉੱਠ ਜਾਣਾ ਬਸ ਨਾਲ ਹੀ, ਜੇ ਨੀਂਦਰ ਆ ਗਈ ਛੱਡ ਦੇਣਾ ਉਹਨੂੰ, ਜਿੰਨੀ ਛੇਤੀ ਹੋ ਸਕੇ ਉਹ ਬਿਸਤਰ ਹੀ ਛੱਡ ਦੇਣਾ, ਤੇ ਉੱਠ ਕੇ ਜਾ ਕੇ ਦੂਜੀ ਸਵੱਛ ਥਾਂ, ਇਹ ਮਰਿਆਦਾਵਾਂ ਮਹਾਂਪੁਰਖਾਂ ਬੰਨੀਆਂ, ਸਵੱਛ ਵਸਤਰ ਲੈ ਕੇ ਉੱਤੇ ਬਹਿਣਾ, ਉੱਤੇ ਬਹਿ ਕੇ ਫਿਰ ਬਾਣੀ ਦਾ ਪਾਠ ਕਰਨਾ। ਫਿਰ ਇਹ ਜਿਹੜਾ ਕਲਯੁਗ ਇਹ ਨਹੀਂ ਵਾਪਰਦਾ, ਨੀਂਦਰ ਨਹੀਂ ਆਏਗੀ। ਇਸ ਕਰਕੇ ਮਹਾਰਾਜ ਜੀ ਜਦੋਂ ਸਵੇਰੇ ਉੱਠਣਾ, ਗੁਰੂ ਅੰਗਦ ਸਾਹਿਬ ਜੀ ਨੇ ਜਿਹੜੇ ਬਿਸਤਰ ਤੇ ਸੌਂਦੇ ਸਨ ਉਹਨੂੰ ਛੱਡ ਦਿੰਦੇ ਸਨ। ਕਰਹਿ ਸੋਚ ਪੁੰਨ ਧੋਵਹਿ ਪਾਵਨ, ਪਾਵਨ ਹੋਣ ਕਰੈ ਰਤ ਧਾਵਨ। ਮਹਾਰਾਜ ਜੀ ਨੇ ਫਿਰ ਇਸ਼ਨਾਨ ਕਰਨਾ, ਉਸ ਤੋਂ ਬਾਅਦ ਹੱਥ ਮੂੰਹ ਪੈਰ ਸਭ ਕੁਝ ਧੋ ਕੇ ਮਹਾਰਾਜ ਜੀ ਫਿਰ ਦਾਤਨ ਕਰਿਆ ਕਰਦੇ ਸਨ। ਬਹੁਰ ਬਦਨ ਅਰਬਿੰਦ ਪਖਾਰੈ, ਸੀਤਲ ਨੀਰ ਸਨਾਨ ਸੁਧਾਰੈ। ਫਿਰ ਮਹਾਰਾਜ ਜੀ ਆਪਣੇ ਕਮਲ ਵਰਗੇ ਮੁਖੜੇ ਨੂੰ ਧੋਂਦੇ ਸਨ। ਉਸ ਤੋਂ ਬਾਅਦ ਮੇਰੇ ਸਾਹਿਬ ਜੀ ਮਹਾਰਾਜ ਬੜੇ ਚੰਗੀ ਤਰੀਕੇ ਨਾਲ ਠੰਡੇ ਜਲ ਦੇ ਨਾਲ ਮਹਾਰਾਜ ਜੀ ਇਸ਼ਨਾਨ ਕਰਿਆ ਕਰਦੇ ਸੀ। ਨਿਜ ਆਨੰਦ ਮੈਂ ਨਿਹਚਲ ਸੋਏ, ਲਗ ਸਮਾਦ ਨਿਰਵਿਲਪ ਜੋਏ। ਉਸ ਤੋਂ ਬਾਅਦ ਮਹਾਰਾਜ ਜੀ ਨੇ ਉੱਠ ਕੇ ਨਾਮ ਇੱਕ ਮਨ ਇੱਕ ਸਮਾਧੀ 'ਚ ਬਹਿ ਜਾਣਾ, ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜੋ ਕਰਨਾ ਉਹ ਕਰੀ ਜਾਣਾ। ਕਿਉਂਕਿ ਗੁਰੂ ਸਾਹਿਬ ਜੀ ਦਾ ਇਹ ਹੁਕਮ ਹੈ, ਜਿਹੜੀ ਬਾਣੀ ਪੜ੍ਹਨੀ ਹੈ ਦੂਜੇ ਨੰਬਰ ਤੇ ਹੈ। ਪਹਿਲਾਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਨਾ। ਪਹਿਲੀ ਗੱਲ ਨਾਮ ਹੈ। ਇਸ ਕਰਕੇ ਨਿਤਨੇਮ ਕਰਨ ਤੋਂ ਪਹਿਲਾਂ ਅੱਧਾ ਜਾਂ 1 ਘੰਟਾ ਨਾਮ ਜਪਣਾ ਚਾਹੀਦਾ। ਗੁਰਬਾਣੀ ਤੇ ਮਹਾਰਾਜ ਨੇ ਕਿਹਾ ਚੜ੍ਹੇ ਦਿਵਸ ਗੁਰਬਾਣੀ ਗਾਵੇ, ਕਿਉਂਕਿ ਜਿਹੜਾ ਨਾਮ ਹੈ ਇਹ ਪਹਿਲਾਂ ਜਗ੍ਹਾ ਸਾਫ਼ ਕਰ ਦਿੰਦਾ ਅੰਦਰ।
क्योंकि बाणी नूं बहण वास्ते जगह चाहिदी है। फिर जदों अंदरों साफ हो जाता उत्थे बाणी बह जाती है। महाराज बाणी च भी कहा भांडा धोए ते बैस धूप देवो तो दुध है को जाओ। पहली गल है वो भांडे नूं साफ करना चंगी तरह। तो साफ किवें होएगा? भरीए मत पापां कै संग ओ धोपै नावे कै। इस करके सवेरे उठ के पहला अद्धा घंटा या 1 घंटा 15 मिनट 20 मिनट जिन्ना भी हो सके गुरु मंत्र जपना चाहिए। गुरु मंत्र पहला मन की मैल नूं धो दिंदा है, फिर गुरबाणी उत्थे टिकनी शुरू हो जाती है। भई प्रात सूरज जब निकसे कमल बिलोचन सुंदर बिकसे। हुण इत्थे भाई संतोख सिंह जी दसदे जो सवेर हो जाती सी ना, सूरज निकल जाता सी, उदों महाराज जी अखां खोलते सन। ये समझ लो अज के हिसाब नाल 2-3 बजे तो महाराज अखां बंद करते सन। फिर शामी देख लो आप वेखते हैं 5-6 वज जाते सूरज निकलता है। 4-5 घंटे बाद मेरे महाराज जी अपनियां सुंदर जड़ियां अखां हन नेत्रां नूं खोलते सन। प्रथम दृष्ट जिस पर तब परै रोगी रोग दुखी दुख हरै। कहंदे वो नाम जप के इड्डी शक्ति बन जाती सी अखां च, नेत्रां दे विच इन्ना रस भर जाता सी महाराज दे, ਜਿਹਦੇ उत्ते भी पहली निगाह मारते सनो जो रोगी होएगा तो रोग ठीक हो जाता। इड्डी शक्ति अंदर नाम की बनती है। अज भी कई बार आप जी ने वेख्या होएगा कई सिंह जो नाम जपते ने अपने कोल वो जल धर लेंदे सी। अज तो चलो जल नूं बड़ा ज़्यादा ये साइंटिफिक ने सारिया चीज़ां, ये लॉजिक वाली चीज़ां ने। जो भी नाम जपना कोल जल धर लेना तो वो जल में तक्की जाना, वो फिर अमृत बन जाता है वो जल, क्योंकि वो सारा नाम दे विच अखियां विच उतर जाता है, वो दे विच चला जाता सी उसदा सारा सत। एवें ही महाराज साहब जी जदों पहली निगाह गुरु अंगद साहब जिते भी धारते सन, वो जो रोगी होए किसी भी वड्डे तो वड्डे रोग का ਉਹਦੇ रोग ठीक हो जाते सन। आद व्याध बाधा जो पावै जान समो आगे चल आवै। आद रोग हुंदे ने मन के रोग ते व्याध हुंदे ने शरीर के रोग। 3 प्रकार के रोग ने आद व्याध ते उपाद। जे किसी नूं आद का रोग है, मन का रोग है, कोई डिप्रैशन का शिकारी है, जे कोई व्याध किसी नूं तन का रोग है, उपाद कहते ने भुलेखे लगने, ये भी एक रोग है। ये जे किसी नूं भी कोई रोग होए जिहड़ा गुरु साहब के सामने आउंदा सी, ਉਹਦੇ ਇਹ तीनों ही रोग चले जाते सन। व्याकुल होहे पीर ते जोई तृष्ट परे सुख पावै तेई। कई बारी मनुख बड़े पीड़ नाल व्याकुल होंदे सन, बड़ी किसी ना किसी रोग की पीड़ होई जानी। जिस दिन महाराज के सामने आना वो ठीक हो जाया करते सन। भई जगत में विदत सोभाती आए अनेक खरे होए प्राती। ये गल फिर सारी खडूर साहब च फैल गई। होर जिन्ने भी नेड़े नेड़े नगर सन, कहते भाई गुरु अंगद साहब जी जो खड़े होंदे ने ना, उन्हां अगे जाके खलो जा करो, जिहदे वाल भी वेखदे ने रोग ठीक हो जाते हैं। ये गल सारिਆਂ 'ਚ फैल गई। हुण जिन्ने भी रोगी सन नेड़े नेड़े शहरां 'ਚ सवेरे सवेरे सारिਆਂ ने आके महाराज के सामने बह जाना, तो जिहदे वाल भी मेरे साहब जी ने तकना कि बाणी कहती है दर्शन परसे है गुरु कै जन्म मरण दुख जाए। शरीर रोग तो बड़ा छोटा होंदा है, शरीर के रोग का इलाज आम डॉक्टर कर सकता है, जन्म ते मरण के रोग का डॉक्टर सिर्फ गुरु होंदा है और कोई नहीं। गुरु के दर्शन कीतियां ते जन्म ते मरण के रोग चले जाते हैं। ये तो रोग ही बड़े छोटे ने शरीर के। इस करके गुरु नानक गुरु गोबिंद सिंह जी ने ना, ਜਦੋਂ ਆਪਾਂ 52 ਹੁਕਮਨਾਮੇ पढ़ते हैं ना महाराज के, एक हुक्मनामा ये भी है विच सवेरे ते शाम 2 टाइम गुरु ग्रंथ साहब जी के दर्शन करने। ये भी हुक्मनामा है 52 विचों। क्यों? दर्शन परसे है गुरु कै जन्म मरण दुख। अज भी कोई शक्ति चली थोड़ी ना गई है। अज मेरे साहब जी गुरु ग्रंथ साहब जी दरबार के विच सुशोभित ने कि अज शक्ति मुक गई है? नहीं साध संगत जी, शक्ति वही है, गल शरधा की। अज भी कोई किसी को कोई रोग होए ना, तो जो अज भी शरधा धार के कहे भी मैनू गुरु के इस
ਹੁਕਮ ਦੇ ਉੱਤੇ, ਇਸ ਬਚਨ ਦੇ ਉੱਤੇ ਸ਼ਰਧਾ ਹੈ ਵੀ ਗੁਰੂ ਦੇ ਦਰਸ਼ਨ ਕੀਤਿਆਂ ਰੋਗ ਦੂਰ ਹੋ ਜਾਂਦੇ ਨੇ। ਅੱਜ ਵੀ ਸਵੇਰੇ ਸ਼ਾਮ ਆ ਕੇ ਦਰਸ਼ਨ ਕਰੇ, ਘੜੀ ਕੀਰਤਨ ਵਿੱਚ ਵੀ ਬਹੇ, ਇਹ ਜੇ ਸ਼ਰਧਾ ਧਾਰ ਕੇ ਅੱਜ ਵੀ ਕੋਈ ਕਰੇਗਾ, ਗੁਰੂ ਗ੍ਰੰਥ ਸਾਹਿਬ ਅੱਜ ਵੀ ਉਹਦਾ ਠੀਕ ਕਰਦੇ ਨੇ। ਇਹ ਕੋਈ ਵੱਡੀ ਗੱਲ ਨਹੀਂ ਮਹਾਰਾਜ ਵਾਸਤੇ, ਗੱਲ ਸਿਰਫ ਇੰਨੀ ਹੈ ਸ਼ਰਧਾ ਕਿੰਨੀ ਹੈ, ਗੱਲ ਸ਼ਰਧਾ ਤੇ ਨਿਬੜਦੀ ਹੈ। ਹੋਰ ਕੋਈ ਛੋਟੀ ਮੋਟੀ ਗੁਰੂ ਜੀ ਅੱਜ ਮਹਾਰਾਜ ਤੇ ਬਾਣੀ 'ਚ ਕਹਿੰਦੇ ਨੇ ਜੋਤ ਉਹਾ ਜੁਗਤ ਉਹਾ ਸਹਿ ਕਾਇਆ ਫਿਰ ਪਲਟੀਏ। ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਾਇਆ ਪਲਟ ਕੇ ਵਡਿਆਈ ਦਿੱਤੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਉਹਨਾਂ ਕਿਹਾ ਸੀ ਉਹ ਦਿਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਮੰਨਣਾ ਕਿਵੇਂ ਹੈ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ। ਕਿਵੇਂ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ? ਜਿਵੇਂ ਕਹਿੰਦੇ ਮੈਨੂੰ ਮੰਨਦੇ ਸੀ ਨਾ ਕਿ ਦੇਹ ਦੇ ਵਿੱਚ ਕੋਈ ਦੁੱਖ ਹੋਣਾ, ਬੇਨਤੀ ਕਰਨੀ, ਅਰਦਾਸ ਕਰਨੀ, ਤਾਂ ਹੀ ਤੇ ਦੇਗ ਬਣਾਈ ਜਾਂਦੀ ਹੈ, ਤਾਂ ਹੀ ਤੇ ਫਿਰ ਮਹਾਰਾਜ ਜੀ ਨੂੰ ਪ੍ਰਵਾਨ ਕਰਾਈ ਜਾਂਦੀ ਹੈ, ਭੋਗ ਲਾਇਆ ਜਾਂਦਾ ਹੈ, ਤਾਂ ਹੀ ਤੇ ਚੰਦੋਆ ਬੰਨਿਆ ਜਾਂਦਾ, ਕਿਉਂਕਿ ਗੁਰੂ ਜੀ ਪ੍ਰਗਟ ਗੁਰਾਂ ਕੀ ਦੇ ਹਨ ਗੁਰੂ ਗ੍ਰੰਥ ਸਾਹਿਬ। ਦੁਨੀਆ ਦੇ ਵਿੱਚ ਹੋਰ ਵੀ ਗ੍ਰੰਥ ਹਨ ਪਰ ਉਹ ਗੁਰੂ ਗ੍ਰੰਥ ਨਹੀਂ। ਦੁਨੀਆ ਦੇ ਵਿੱਚ ਹੋਰ ਵੀ 1008 ਉਪਨਿਸ਼ਦ ਮੰਨਦੇ ਨੇ ਵਿਦਵਾਨ, ਪਰ 108 ਐਸੇ ਨੇ ਜਿਨ੍ਹਾਂ ਵਿੱਚ ਬਹੁਤਾ ਗਿਆਨ ਹੈ। 1008 ਨੂੰ ਫਿਰ ਉਹ ਸਵੀਕਾਰ ਨਹੀਂ ਕਰਦੇ। 108 ਐਸੇ ਨੇ ਜਿਨ੍ਹਾਂ ਵਿੱਚ 27 ਸਿਮਰਤੀਆਂ ਨੇ ਤੇ 6 ਵੱਡੇ ਸ਼ਾਸਤਰ ਨੇ ਦੁਨੀਆ ਦੇ, 6 ਘਰ 6 ਗੁਰ। ਪਰ ਕਿਸੇ ਦੇ ਅੱਗੇ ਵੀ ਐਵੇਂ ਨਹੀਂ ਲਿਖਿਆ ਵੀ ਗੁਰੂ ਰਿਗਵੇਦ, ਗੁਰੂ ਸਾਮਵੇਦ ਨਹੀਂ। ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਕੇ ਕਿਹਾ ਜਾਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਇਹਨਾਂ ਤੋਂ ਹੁਕਮਨਾਮਾ ਵੀ ਲਿਆ ਜਾਂਦਾ ਹੈ। ਐਸਾ ਕੋਈ ਗ੍ਰੰਥ ਨਹੀਂ ਜਿਹਦੇ ਅੱਗੇ ਅਰਦਾਸ ਕੀਤੀ ਜਾਂਦੀ ਹੋਏ। ਇਹਨਾਂ ਅੱਗੇ ਅਰਦਾਸ ਵੀ ਹੁੰਦੀ ਹੈ। ਉਵੇਂ ਹੀ ਅਰਦਾਸ ਤੇ ਮਨੁੱਖਾਂ ਅੱਗੇ ਹੁੰਦੀ ਹੈ। ਇਹ ਕੋਈ ਮਨੁੱਖ ਲੌਜਿਕ ਵਾਲਾ ਕਹੇ ਵੀ ਗ੍ਰੰਥਾਂ ਅੱਗੇ ਕਾਹਦੀ ਅਰ ਨਹੀਂ, ਆਪਾਂ ਕਹਾਂਗੇ ਨਹੀਂ ਭਾਈ ਇਹ ਗ੍ਰੰਥ ਨਹੀਂ, ਇਹ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ, ਇਹ ਗ੍ਰੰਥ ਨਹੀਂ ਨੇ, ਭੁਲੇਖੇ ਵਿੱਚ ਨਾ ਰਹੀ। ਇਹਨਾਂ ਅੱਗੇ ਅਰਦਾਸ ਹੁੰਦੀ ਹੈ ਰੋਜ਼। ਤੇ ਜਦੋਂ ਕਿਸੇ ਸਿੱਖ ਨੂੰ ਕੋਈ ਮੁਸ਼ਕਲ ਬਣਦੀ ਹੈ, ਇਹਨਾਂ ਅੱਗੇ ਅਰਦਾਸ ਕਰਕੇ ਦੇਗ ਪ੍ਰਸ਼ਾਦ ਲਿਆ ਕੇ ਅਰਦਾਸ ਕਰਦਾ, ਹੁਕਮਨਾਮਾ ਲੈ ਕੇ ਆਪਣੀ ਮੁਸੀਬਤ ਦਾ ਵੀ ਹੱਲ ਕਰਾ ਲਈਦਾ। ਸ਼ਰਧਾ ਵਾਲਾ ਤੇ ਐਵੇਂ ਕਰਦਾ। ਸ਼ਰਧਾ ਵਾਲੇ ਨੇ ਥੋੜ੍ਹੀ ਨਾ ਕਿਸੇ ਦੇ ਕੋਲ ਜਾਣਾ, ਉਹਨੇ ਤੇ ਇਹਨਾਂ ਕੋਲ ਹੀ ਪੁੱਛਣਾ ਜੋ ਪੁੱਛਣਾ। ਉਹਨਾਂ ਵਾਸਤੇ ਜੋਤਸ਼ੀ ਵੀ ਗੁਰੂ ਨੇ, ਨਜੂਮੀਏ ਵੀ ਗੁਰੂ ਨੇ, ਸਾਰਾ ਕੁਝ ਗੁਰੂ ਹੀ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਾਹਿਬ, ਮੇਰੀ ਤੇ ਕੋਈ ਸ਼ਕਤੀ ਹੋਈ ਨਹੀਂ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਾਹਿਬ, ਮੈਂ ਤੁਧ ਆਗੇ ਅਰਦਾਸ, ਕੋਈ ਹੋਰ ਬੰਦਾ ਹੀ ਨਹੀਂ। ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਮੇਰੇ ਮਹਾਰਾਜ ਜੀ ਦੀ ਇੱਡੀ ਦੁਨੀਆ ਦੇ ਵਿੱਚ ਮਹਾਰਾਜ ਜੀ ਦੀ ਖਿਆਤੀ ਇੰਨੀ ਫੈਲ ਗਈ, ਜਿਹੜੇ ਵੀ ਰੋਗੀ ਸਨ ਨਾ ਉਹ ਸਵੇਰੇ ਸਵੇਰ ਆ ਕੇ ਖਡੂਰ ਸਾਹਿਬ ਵਿੱਚ ਬਹਿ ਜਾਣਾ ਤੇ ਗੁਰੂ ਅੰਗਦ ਸਾਹਿਬ ਜੀ ਦੇ ਨੇਤਰ ਖੁੱਲਣ ਦੀ ਉਡੀਕ ਕਰਿਆ ਕਰਦੇ ਸਨ। ਸੰਕਟ ਨਸ਼ਟੇ ਸਦਨ ਸਿਧਾਰਹਿ, ਜਹੇ ਕਹੇ ਸ੍ਰੀ ਗੁਰ ਸੁਜਸ ਵਿਤਾਰਹਿ। ਜਿਨ੍ਹਾਂ ਦਾ ਰੋਗ ਠੀਕ ਹੋ ਜਾਂਦਾ ਸੀ ਉਹ ਜਾਂਦੇ ਸੀ। ਫਿਰ ਪਹਿਲਾਂ ਰੋਗੀ ਆਉਣਾ, ਠੀਕ ਹੋ ਕੇ ਜਾਣਾ ਤੇ ਸਾਰੀ ਦੁਨੀਆ 'ਚ ਕਹਿਣਾ, ਕਹਿੰਦੇ ਨਾਲੇ ਦੁਨੀਆ ਨੂੰ ਕਹਿਣਾ ਭਾਈ ਜੇ ਕਿਸੇ ਨੂੰ ਕੋਈ ਰੋਗ ਹੈ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਜਾਓ। ਐਵੇਂ ਇੱਕ ਨੇ ਦੂਜੇ ਨੂੰ ਦੱਸਿਆ, ਦੂਜੇ ਨੇ ਤੀਜੇ ਨੂੰ ਦੱਸਿਆ। ਇਤਿਹਾਸ ਤਵਾਰੀਖ ਇਹ ਗੱਲ ਕਹਿੰਦੀ ਹੈ। ਹਜ਼ਾਰਾਂ ਹੀ ਮਨੁੱਖ ਸਵੇਰੇ ਲਾਈਨ ਬਣਾ ਕੇ ਬਹਿ ਜਾਂਦੇ ਸੀ ਤੇ ਸੋਚਦੇ ਨੇ ਮਹਾਰਾਜ ਕਦੋਂ ਨੇਤਰ ਖੋਲੋਗੇ, ਕਦੋਂ ਸਾਡੇ ਤੇ ਨਿਗਾਹ ਪਏਗੀ, ਕਦੋਂ ਸਾਡੀ ਜ਼ਿੰਦਗੀ ਸਫਲ ਹੋ ਜਾਏਗੀ। ਬੋਹਰ ਰਬਾਬੀ ਕੀਰਤਨ ਗਾਵੇ, ਸੁਣਹਿ ਬੀਚ ਸੰਗਤ ਹਰ ਖਾਵੇ। ਜਿਹੜੀ ਆਪਾਂ ਗੱਲ ਕਰ ਰਹੇ ਸੀ ਚੜ੍ਹੇ ਦਿਵਸ ਗੁਰਬਾਣੀ ਕਾਵੇ, ਕਹਿੰਦੇ ਜਦੋਂ ਲੋ ਲੱਗ ਜਾਂਦੀ ਸੀ ਨਾ ਸੂਰਜ ਦੀ, ਉਦੋਂ ਫਿਰ ਰਵਾਬੀ ਆਉਂਦੇ ਸੀ, ਉਹ ਕੀਰਤਨ ਗਾਉਂਦੇ ਸਨ। ਫਿਰ ਸੰਗਤ ਬੈਠ ਕੇ ਕੀਰਤਨ ਸੁਣਿਆ ਕਰਦੀ ਸੀ। ਬੈਠੇ ਰਹਿ ਸਿੰਘਾਸਣ ਫੇਰ, ਸਿੱਖ ਸੰਗਤ ਸਭ ਦਰਸ਼ਨ ਹੇਰ। ਫਿਰ ਮਹਾਰਾਜ ਜੀ ਸਿੰਘਾਸਨ ਤੇ ਬੈਠੇ ਰਹਿੰਦੇ ਸਨ, ਸੰਗਤ ਆਉਂਦੀ ਰਹਿੰਦੀ ਸੀ, ਦਰਸ਼ਨ ਕਰਦੀ ਸੀ। ਦਰਸ਼ਨ ਕਰ ਕਰਕੇ ਸੰਗਤ ਆਪਣੇ ਘਰਾਂ ਨੂੰ ਮੁੜ ਜਾਂਦੀ ਹੈ। ਦੋਹਰਾ ਸ੍ਰੀ ਗੁਰੂ ਨਾਨਕ ਕੀ ਸਦਾ, ਚਰਚਾ ਕਰਤ ਉਧਾਰ। ਮਹਾਰਾਜ ਜੀ ਹਮੇਸ਼ਾ ਇੱਕੋ ਹੀ ਚਰਚਾ ਕਰਦੇ ਨੇ, ਸਿਰਫ ਗੁਰੂ ਨਾਨਕ ਦੀ, ਗੁਰੂ ਨਾਨਕ ਦਿਆਂ ਗੁਣਾਂ ਦੀ, ਗੁਰੂ ਨਾਨਕ ਦੀਆਂ ਸਾਖੀਆਂ,
ਆਪਾਂ ਦੇ ਅੱਜ ਕਹਿੰਦੇ ਆ ਵੀ ਸਾਖੀ ਨੂੰ ਕੀ ਕਰਨਾ ਸੁਣਾ ਕੇ, ਨਹੀਂ। ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੀ ਸਾਖੀ ਦਾ ਵਿਖਿਆਨ ਮਿਲ ਜਾਂਦਾ ਨਾ ਸਾਹਮਣੇ, ਫਿਰ ਮਨੁੱਖ ਦਾ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਜਾਂਦਾ। ਕੱਲੀ ਅਸੀਂ ਕਥਾ ਗੁਰਬਾਣੀ ਤੋਂ ਗੁਰਬਾਣੀ ਕਰੀਏ, ਉਹਦੇ ਨਾਲ ਜਿਹੜਾ ਮਨੁੱਖ ਦਾ ਹਿਰਦਾ ਟਿਕਦਾ ਨਹੀਂ। ਜਦੋਂ ਉਹਨੂੰ ਕੋਈ ਸਾਖੀ ਮਿਲ ਜਾਂਦੀ ਹੈ ਨਾ ਵੀ ਐਵੇਂ ਗੁਰੂ ਸਾਹਿਬ ਨੇ ਕੀਤਾ, ਉਹਦਾ ਫਿਰ ਦਿਲ ਟਿਕ ਜਾਂਦਾ। ਇਸ ਕਰਕੇ ਮਹਾਰਾਜ ਜੀ ਆਪਣੀ ਜਦੋਂ ਸੰਗਤ ਹੁੰਦੀ ਸੀ, ਉਹਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਚੱਲਦੀਆਂ ਰਹਿੰਦੀਆਂ ਸਨ। ਜਥਾ ਚਰਿੱਤਰ ਪਵਿੱਤਰ ਬਹੁ ਜਗ ਬਚਿੱਤਰ ਬਿਸਤਾਰ। ਮਹਾਰਾਜ ਜੀ ਜਿਸ ਤਰ੍ਹਾਂ ਗੁਰੂ ਜੀ ਪਵਿੱਤਰ ਚਰਿੱਤਰ ਵਾਲੇ ਸਨ, ਇਹ ਸਾਰੀ ਗੱਲ ਫਿਰ ਸਾਰੀ ਸੰਗਤ ਦੇ ਵਿੱਚ ਫੈਲ ਗਈ ਹੈ। ਜੋ ਕੋਈ ਅਪਰ ਨ ਚਰਚਾ ਕੋਈ ਹੋਏ, ਜਗ ਕਾਰਜ ਕੀ ਜੇ ਤੱਕ ਜੋਏ। ਮਹਾਰਾਜ ਨੇ ਹਦਾਇਤ ਵੀ ਕੀਤੀ ਸੀ, ਕਹਿੰਦੇ ਭਾਈ ਇਹ ਜਿਹੜੀ ਸਾਡੀ ਸਟੇਜ ਹੈ, ਜਿਹੜੀ ਗੁਰੂ ਅੰਗਦ ਸਾਹਿਬ ਦੇ ਟਾਈਮ ਲੱਗਦੀ ਸੀ, ਇੱਥੇ ਬੈਠ ਕੇ ਕੋਈ ਦੁਨੀਆ ਦੀ ਗੱਲ ਨਹੀਂ ਕਰਨੀ। ਇਹ ਨਹੀਂ ਵੀ ਦੁਨੀਆ 'ਚ ਫਲਾਣੇ ਨੇ ਇਹ ਕਰ ਦਿੱਤਾ, ਉਹਨੇ ਇਹ ਕਰ ਦਿੱਤਾ, ਉਹਨੇ ਆਹ ਕੱਪੜੇ ਨਹੀਂ ਪਾਏ, ਇਹ ਨਹੀਂ ਕਰਨਾ ਇੱਥੇ ਨਾ। ਇੱਥੇ ਸਿਰਫ ਬ੍ਰਹਮ ਦੀ ਗੱਲ ਹੋਣੀ ਹੈ, ਬ੍ਰਹਮ ਤੋਂ ਬਿਨਾਂ ਗੱਲ ਕੋਈ ਨਹੀਂ। ਇੱਥੇ ਜੇ ਗੱਲ ਹੋਏਗੀ, ਗੁਰੂ ਅੰਗਦ ਸਾਹਿਬ ਜੀ ਕਿਹਾ ਕਰਦੇ ਸੀ, ਇਹ ਜਿਹੜੀ ਸਟੇਜ ਹੈ ਗੁਰੂ ਨਾਨਕ ਦੀ ਹੈ, ਇੱਥੇ ਗੁਰੂ ਨਾਨਕ ਦੀ ਚਰਚਾ ਹੋਣੀ ਚਾਹੀਦੀ ਹੈ, ਪਰਮਾਤਮਾ ਦੀ ਚਰਚਾ ਹੋਣੀ ਚਾਹੀਦੀ ਹੈ। ਦੂਜੀ ਕਿਸੇ ਵੀ ਗੱਲ ਦੀ ਵਿਚਾਰ ਦੁਨਿਆਵੀ ਕਾਰਜਾਂ ਦੀ ਨਹੀਂ ਹੋਣੀ ਚਾਹੀਦੀ। ਸੂਪਕਾਰ ਕਰ ਤਿਆਰ ਆਹਾਰੂ, ਸਭ ਰਸ ਪਾਕੈ ਸਵਾਦ ਉਧਾਰੂ। ਫਿਰ ਜਦੋਂ ਮਹਾਰਾਜ ਬੈਠੇ ਰਹਿੰਦੇ ਸਨ, ਕੀਰਤਨ ਸਮਾਪਤ ਹੋ ਜਾਂਦਾ ਸੀ, ਫਿਰ ਰਸੋਈਆ ਆਉਂਦਾ ਸੀ, ਆ ਕੇ ਮਹਾਰਾਜ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ, ਸਾਹਿਬ ਜੀ ਬੜਾ ਸਵਾਦਿਸ਼ਟ ਇਹ ਭੋਜਨ ਤਿਆਰ ਹੈ, ਆਪ ਜੀ ਆ ਕੇ ਭੋਜਨ ਛਕਣਾ ਕਰੋ। ਜਬ ਸੁਧ ਦੇਹ ਆਨ ਕਰ ਸੋਈ, ਸ੍ਰੀ ਗੁਰ ਜੀ ਭਈ ਪਾਕ ਰਸੋਈ। ਸੂਪਕਾਰ ਕਿਸੇ ਨੂੰ ਕਹਿ ਦਿੰਦਾ ਸੀ ਵੀ ਜਾਓ ਗੁਰੂ ਜੀ ਨੂੰ ਕਹਿ ਦਿਓ, ਉਹ ਹੱਥ ਜੋੜ ਕੇ ਕਹਿੰਦਾ ਸੀ ਮਹਾਰਾਜ ਰਸੋਈ ਤਿਆਰ ਹੈ, ਭਾਵ ਲੰਗਰ ਤੇ ਪ੍ਰਸ਼ਾਦਾ ਤਿਆਰ ਹੈ, ਆਪ ਜੀ ਆ ਕੇ ਪ੍ਰਸ਼ਾਦਾ ਛਕਣਾ ਕਰੋ। ਉਠ ਕਿਰਪਾਲ ਤਹਿ ਜਾ ਸੰਗ ਸਿਧਾਰੈ, ਸਖਾ ਸਿੱਖ ਸੇਵਕ ਲੈ ਸਾਰੈ। ਫਿਰ ਮਹਾਰਾਜ ਜਿੰਨੇ ਵੀ ਉੱਥੇ ਬੈਠੇ ਹੁੰਦੇ ਸਨ, ਸਾਰਿਆਂ ਨੂੰ ਕਹਿੰਦੇ ਭਾਈ ਚਲੋ ਹੁਣ ਸਾਰੇ ਜਣੇ ਚੱਲ ਕੇ ਲੰਗਰ ਛਕੀਏ। ਫਿਰ ਮਹਾਰਾਜ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਸਾਹਿਬ ਜੀ ਲੰਗਰ ਛਕਿਆ ਕਰਦੇ ਸਨ। ਚਤੁਰ ਬਰਨ ਤਹਿ ਸਮਸਰ ਬੈਸ ਹੈ, ਜੈਸੇ ਰੰਕ ਰਾਵ ਪੀ ਤੈਸ ਹੈ। ਇੱਕ ਗੱਲ ਹੋਰ ਸੀ ਮਹਾਰਾਜ ਦੀ, ਕਹਿੰਦੇ ਜਿਹੜੀ ਮਹਾਰਾਜ ਦੀ ਪੰਗਤ ਲੱਗਦੀ ਸੀ, ਇਹ 'ਚ ਨਹੀਂ ਵੀ ਇਹ ਅਮੀਰ ਦਾ ਲੰਗਰ ਅੱਡ ਹੈ ਤੇ ਗਰੀਬ ਦਾ ਅੱਡ ਹੈ ਨਾ, ਪੰਡਤ ਜੀ ਦਾ ਅੱਡ ਹੈ ਤੇ ਦੂਜੇ ਦਾ ਨਾ, ਐਸਾ ਨਹੀਂ ਸੀ। ਇਹ ਜੇ ਰਾਜਾ ਆ ਗਿਆ ਤਾਂ ਵੀ ਉਹਨੇ ਉੱਥੇ ਹੀ ਬਹਿਣਾ, ਤੇ ਰੰਕ ਆ ਗਿਆ ਤਾਂ ਵੀ। ਕਹਿੰਦੇ ਨੇ ਭਗਤ ਪੂਰਨ ਸਿੰਘ ਜੀ, ਉਹ ਤੋਂ ਬਾਅਦ ਹੋਰ ਵੀ ਐਸੇ ਬੇਅੰਤ ਸਿੱਖ ਹੋਏ ਨੇ, ਕਹਿੰਦੇ ਜਿਨ੍ਹਾਂ ਨੇ ਕਹਿੰਦੇ ਗੁਰੂ ਹਰਮੰਦਰ ਸਾਹਿਬ ਉਹ ਲੰਗਰ ਛਕਣ ਗਏ, ਜਾ ਕੇ ਦੇਖਿਆ ਮਹਾਰਾਜਾ ਪਟਿਆਲਾ ਉੱਥੇ ਬੈਠਾ ਲੰਗਰ ਛਕ ਰਿਹਾ, ਨਾਲ ਹੀ ਇਹ ਬਹਿ ਗਏ। ਇਹ ਕਹਿੰਦੇ ਨੇ ਏਡੀ ਵੱਡੀ ਵਡਿਆਈ ਮਹਾਰਾਜ ਦੇ ਦਰ ਦੀ, ਇਹ ਰਾਜਾ ਬੈਠਾ ਹੈ, ਮੇਰੇ ਕੱਪੜੇ ਪਾਟੇ ਨੇ, ਇਹ ਵੀ ਇੱਥੇ ਛਕ ਰਹੇ ਤੇ ਮੈਂ ਵੀ ਉੱਥੇ ਛਕ ਰਿਹਾ, ਇਹ ਤੇ ਬੜੀ ਵੱਡੀ ਗੱਲ ਹੈ। ਫਿਰ ਇਸੇ ਦਰ ਦਾ ਮਨਾ ਹੋ ਜਾ ਜਿੱਥੇ ਗੁਰੂ ਵੇਖਦਾ ਹੀ ਨਹੀਂ, ਇਹ ਰਾਜਾ ਇੱਕ ਰੰਕ ਹੈ। ਇਹ ਨਹੀਂ ਵੀ ਜਿੰਨੇ ਗਰਾਈ ਜ਼ਿਆਦਾ ਦੇਤੀ ਉਹਨੂੰ ਜ਼ਿਆਦਾ ਪਿਆਰ ਦੇਣਾ, ਨਾ। ਇੱਥੇ ਤੇ ਭਾਵੇਂ ਕੋਈ ਕਰੋੜਾਂ ਦੇ ਗਿਆ ਤਾਂ ਵੀ ਐਸਾ, ਲੱਖਾਂ ਦੇ ਗਿਆ ਤਾਂ ਕਿ ਗੁਰੂ ਨੂੰ ਪਤਾ ਇਹ ਕੌਣ ਹੈ ਦੇਣ ਵਾਲਾ, ਮਨੁੱਖ ਕੌਣ ਹੈ ਇੱਥੇ ਦੇਣ ਵਾਲਾ। ਦੇਣ ਵਾਲਾ ਦੱਦਾ ਦਾਤਾ ਇੱਕ ਹੈ, ਪਤਾ ਗੁਰੂ ਨੂੰ। ਜਿਹੜਾ ਕੋਈ ਸੰਤ ਮਹਾਂਪੁਰਖ ਬੜੀ ਵੱਡੀ ਉਪਾਧੀ ਤੇ ਪਹੁੰਚ ਜਾਏ ਨਾ, ਉਹਦੇ ਕੋਲ ਇਹ ਗੱਲ ਵੇਖਣ ਨੂੰ ਮਿਲੇਗੀ। ਮੈਂ ਜਾਣਦਾ ਬਾਬਾ ਜਗਦੀਸ਼ ਸਿੰਘ ਜੀ ਨਬੀਆਬਾਦ ਵਾਲੇ ਦਾਸ ਨੇ, ਉਹਨਾਂ ਦੇ ਬੜੇ ਚਰਚੇ ਸੁਣੇ ਕਿਉਂਕਿ ਪਰਿਵਾਰ ਉਹਨਾਂ ਨਾਲ ਰਹਿੰਦਾ ਸੀ। ਕਹਿੰਦੇ ਇੱਕ ਵਾਰੀ ਸਾਡੇ ਉੱਥੋਂ ਦਾ MLA ਬੀਬੀ ਆਈ ਤੇ ਉਹਨੇ ਲਾਲ ਬੱਤੀ ਉੱਤੇ ਲਾਈ ਤੇ ਅੰਦਰ ਚਲੀ ਗਈ MLA। ਕਹਿੰਦੇ ਉੱਤੋਂ ਉਤਰ ਕੇ ਆਖਿਆ, ਬੀਬੀ ਇਹ ਕੋਈ ਤੇਰਾ ਰਾਜ ਭਵਨ ਨਹੀਂ ਜਿੱਥੇ ਬੱਤੀਆਂ ਬਲਣਗੀਆਂ, ਇਹ ਹੂਟਰ ਵਜਾਉਣਾ ਹੈ ਇਹ ਗੁਰਦੁਆਰੇ ਤੋਂ ਬਾਹਰ। ਕਹਿੰਦੇ ਜਾ, ਰੱਬ ਕਰੇਗਾ ਹੂਟਰ ਦੁਬਾਰਾ ਤੇਰੀ ਗੱਡੀ ਤੇ ਲੱਗਣਾ ਹੀ ਨਹੀਂ। ਤੂੰ ਗੁਰੂ ਨਾਨਕ ਦੇ ਘਰ ਹੂਟਰ ਵਜਾਇਆ ਆ ਕੇ, ਕਹਿੰਦੇ ਹੁਣ ਯਾਦ ਰੱਖੀ ਮੁੜ ਕੇ ਤੇਰੀ ਇਹ ਗੱਡੀ ਤੇ ਹੂਟਰ ਨਹੀਂ ਲੱਗਣਾ, ਜਾ। ਕਹਿੰਦੇ ਕਿ ਦੂਜਾ MLA ਉਹ ਵੀ ਦਰਸ਼ਨ ਕਰਨ ਮਹਾਂਪੁਰਖਾਂ ਦੇ ਆਇਆ, ਕਹਿੰਦੇ ਉਹ ਪੈਦਲ ਹੀ ਤੁਰਿਆ, ਇੰਦਰੀ ਤੋਂ 20-25 ਕਿਲੋਮੀਟਰ ਪੈਦਲ ਹੀ ਚਲ ਗਿਆ। ਤੇ ਜਾ ਕਹਿੰਦਾ ਜਾ ਭਾਈ ਸਰੋਪਾ ਪਾਇਆ, ਜਾ ਹੁਣ ਸੇਵਾ ਕਰ ਤੂੰ ਏਰੀਏ ਦੀ। ਕਹਿੰਦੇ ਇਸ ਕਰਕੇ ਜਿਹੜਾ ਇੱਥੇ ਮਾਣ ਨਾਲ ਆਉਂਦਾ ਉਹਨੂੰ ਕੁਝ ਨਹੀਂ ਲੱਭਦਾ ਇੱਥੋਂ।
ਇਹਦੇ ਤੇ ਜਿਹੜਾ ਨੀਵਾ ਹੋ ਕੇ ਨਾ ਇਹ ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਮੈਂ ਕੌਣ ਆ ਸੇਵਾ ਕਰਨ ਵਾਲਾ। ਇਸ ਕਰਕੇ ਇਹ ਦਰ ਐਸਾ ਹੈ ਦੁਨੀਆ ਤੇ ਜਿੱਥੇ ਕਦੀ ਵੀ ਵੱਡੇ ਛੋਟੇ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਮਾਟੀ ਕੇ ਬਾਸਨ ਹੋਏ ਸਾਰੇ, ਪੱਤਰਨ ਮੈਂ ਅੱਚ ਲeh ਆਹਾਰੇ। ਮਿੱਟੀ ਦੇ ਬਰਤਨ ਹੁੰਦੇ ਸੀ, ਮਿੱਟੀ ਦੀਆਂ ਬਰਤਨਾਂ 'ਚ ਮਹਾਰਾਜ ਦੇ ਟਾਈਮ ਉਦੋਂ ਲੰਗਰ ਮਿੱਟੀ ਦੇ ਹੀ ਚੱਲਦੇ ਸੀ ਬਰਤਨ, ਉਹਨਾਂ ਵਿੱਚ ਲੰਗਰ ਤਕਣਾ ਪਕਾਇਆ ਜਾਂਦਾ ਸੀ। ਸਿੱਖਾਂ ਨੇ ਫਿਰ ਪੱਤਲਾਂ ਤੇ ਬਹਿ ਕੇ ਸਿੱਖ ਲੰਗਰ ਛਕਿਆ ਕਰਦੇ ਸਨ। ਜੋ ਚੌਂਕੇ ਮਹਿ ਅਚਹਿ ਰਸੋਈ, ਗੁਰੂ ਸਮੀਪ ਜਾਏ ਨਹਿ ਸੋਈ। ਜਿਹੜਾ ਮਨੁੱਖ ਚੌਂਕੇ ਵਿੱਚ, ਭਾਵ ਜਿਹੜਾ ਕਹਿੰਦਾ ਸੀ ਮੈਂ ਕਿਤੇ ਭੇਟ ਕਰਦਾ ਸੀ, ਕਹਿੰਦਾ ਸੀ ਭਾਈ ਮੈਂ ਬ੍ਰਾਹਮਣ ਆ, ਮੈਂ ਦੂਜੇ ਕੋਲ ਬਹਿ ਕੇ ਲੰਗਰ ਨਹੀਂ ਛਕਣਾ, ਨੀਚਾਂ ਦੇ ਵਿੱਚ ਮੈਂ ਲੰਗਰ ਨਹੀਂ ਛਕ ਸਕਦਾ, ਕਹਿੰਦੇ ਉਹ ਤੇ ਗੁਰੂ ਸਾਹਿਬ ਦੇ ਕੋਲ ਹੀ ਨਹੀਂ ਸੀ ਜਾਂਦਾ। ਕਿਉਂ? ਗੁਰੂ ਸਾਹਿਬ ਨੂੰ ਨੇੜੇ ਨਹੀਂ ਸੀ ਲਾਉਂਦੇ। ਕਹਿੰਦੇ ਭਾਈ ਜੇ ਇੱਥੇ ਆਏ ਲੰਗਰ ਸਾਰਿਆਂ ਦੇ ਬਰਾਬਰ ਬਹਿ ਕੇ ਛਕਣਾ ਪਏਗਾ। ਪੰਕਤ ਬੀਚ ਬੈਠ ਗੁਰ ਖਾਹੇ, ਏਕ ਸਮਾਨ ਅਸਨ ਅਚਵਾਹੇ। ਮਹਾਰਾਜ ਆਪ ਵੀ ਥੱਲੇ ਟਾਟ ਤੇ ਹੀ ਬਹਿਣਾ, ਦੂਜੀ ਸੰਗਤ ਵੀ ਨਾਲ ਹੀ ਬਹਿੰਦੀ ਸੀ। ਇਹ ਨਹੀਂ ਮਹਾਰਾਜ ਨੇ ਕੋਈ ਗਦੇਲਾ ਲਾ ਕੇ ਬਹਿ ਜਾਣਾ, ਸਾਰਿਆਂ ਨੂੰ ਇੱਕ ਸਮਾਨ ਭਾਉਂਦੇ ਸਨ, ਸੰਗਤ ਵੀ ਨਾਲ ਹੀ ਬੈਠ ਕੇ ਲੰਗਰ ਛਕਦੀ ਹੈ। ਪਾਇਸ ਹੋਵੇ ਬੀਚ ਰਸੋਈ, ਸੀਤ ਪ੍ਰਸਾਦ ਖਾਹੇ ਸਭ ਕੋਈ। ਕਹਿੰਦੇ ਮਹਾਰਾਜ ਜੀ ਦੀ ਰਸੋਈ ਦੇ ਵਿੱਚ ਖੀਰ ਬਣਦੀ ਸੀ, ਸੀਤ ਪ੍ਰਸਾਦ ਬਣਦਾ ਸੀ। ਜਿਹੜਾ ਪ੍ਰਸਾਦ ਅਸੀਂ ਛਕਦੇ ਹਾਂ ਕਿੱਡੀ ਵੱਡੇ ਭੋਜਨ ਹੈ। ਕਹਿੰਦੇ ਖੀਰ ਵੀ ਬਣਾਉਂਦੇ ਸਨ ਤੇ ਬੜੇ ਸੋਹਣੇ ਸੋਹਣੇ ਪਦਾਰਥ ਮੇਰੇ ਮਹਾਰਾਜ ਦੀ ਰਸੋਈ ਵਿੱਚ ਬਣਿਆ ਕਰਦੇ ਸਨ। ਪੁੰਨ ਜਲ ਪਾਣ ਚੁਰੀ ਕਰ ਲੇਹੇ, ਉਠੈ ਗੁਰੂ ਪੁੰਨ ਏਵ ਕਰੇ ਹੈ। ਮਹਾਰਾਜ ਜੀ ਫਿਰ ਲੰਗਰ ਛਕ ਕੇ ਚੂਲੀ ਕਰ ਲੈਂਦੇ ਸਨ। ਉਸ ਤੋਂ ਬਾਅਦ ਸਤਿਗੁਰੂ ਜੀ ਲੰਗਰ ਛਕਣ ਤੋਂ ਬਾਅਦ ਦੂਜੀ ਕਿਰਿਆ ਹੋਰ ਕਰਦੇ ਸਨ। ਗ੍ਰਾਮ ਬਾਲ ਕੇ ਲeh ਬੁਲਾਏ, ਹਰਖ ਸੋਗ ਜਿਨ ਹੋਏ ਨਾ ਕਾਏ। ਮਹਾਰਾਜ ਜੀ ਨਾ ਫਿਰ ਖਡੂਰ ਸਾਹਿਬ ਦੇ ਛੋਟੇ ਛੋਟੇ ਬੱਚਿਆਂ ਨੂੰ ਬੁਲਾ ਲੈਂਦੇ, ਬੱਚਿਆਂ ਨੂੰ ਲਿਆਓ ਬੁਲਾ ਕੇ, ਕਿਉਂਕਿ ਬੱਚਿਆਂ ਦੇ ਕੋਈ ਹਰਖ ਸ਼ੋਕ ਨਹੀਂ। ਬੱਚੇ ਤੇ ਐਸੇ ਹੁੰਦੇ ਨੇ ਉਹਦੇ ਜਿੰਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ। ਬੱਚਿਆਂ ਵਿੱਚ ਥੋੜੀ ਨਾ ਹੁੰਦਾ ਇਹ ਬਗਾਨਾ ਹੈ ਪਰਾਇਆ। ਕਹਿੰਦੇ ਮਹਾਰਾਜ ਜੀ ਛੋਟੇ ਛੋਟੇ ਬਾਲਕਾਂ ਨੂੰ ਬੁਲਾ ਲੈਂਦੇ ਸਨ। 300 ਮਿਲ ਕਰ ਖੇਲਹਿ ਖੇਲ, ਹੋਹੈ ਪ੍ਰਸੰਨ ਮਿਲਹਿ ਸਿਸ ਮੇਲ। ਮਹਾਰਾਜ ਜੀ ਫਿਰ ਉਹਨਾਂ ਨਾਲ ਖੇਡ ਖੇਡਦੇ ਸਨ ਬੱਚਿਆਂ ਨੂੰ ਬੁਲਾ ਕੇ। ਦੇਖੋ ਮੇਰੇ ਮਹਾਰਾਜ ਇਹ ਨਹੀਂ ਵੀ ਮੈਂ ਗੁਰੂ ਹਾਂ ਮੈਂ ਦੂਰ ਬਹਿਣਾ ਹੈ ਮੇਰੇ ਕੱਪੜੇ ਲਿਬੜ ਜਾਣਗੇ, ਨਾ। ਮਹਾਰਾਜ ਛੋਟੇ ਛੋਟੇ ਬੱਚਿਆਂ ਨੂੰ ਬੁਲਾਣਾ, ਕਿਉਂਕਿ ਮਹਾਰਾਜ ਉਹਨਾਂ ਨੂੰ ਪੜ੍ਹਾਉਂਦੇ ਸਨ ਤੇ ਜਿਹਨੂੰ ਪੜ੍ਹਾਉਣਾ ਹੈ ਫਿਰ ਉਹਨਾਂ ਵਰਗਾ ਬਣਨਾ ਪੈਂਦਾ, ਤਾਂ ਹੀ ਤੇ ਬਹਿਣਗੇ। ਐਵੇਂ ਆਪਾਂ ਹੁਣ ਰਾਤ ਨੂੰ ਜੇ ਬੱਚਿਆਂ ਨੂੰ ਪੜ੍ਹਾਈਏ, ਜੇ ਬੱਚਿਆਂ ਨੂੰ ਆਖੇ ਨਾ ਬਈ ਮੇਰੇ ਨਾਲ ਗੱਲ ਨਹੀਂ ਕਰਨੀ, ਤੁਸੀਂ ਹੋਰ ਹੋ ਮੈਂ ਹੋਰ ਹਾਂ, ਨਹੀਂ। ਮਹਾਰਾਜ ਉਹਨਾਂ ਨੂੰ ਪਿਆਰ ਨਾਲ ਉਹਨਾਂ ਨਾਲ ਖੇਡਦੇ ਨੇ ਤੇ ਖੇਡ ਕੇ ਸਾਹਿਬ ਜੀ ਉਹਨਾਂ ਨੂੰ ਆਪਣੇ ਕੋਲ ਬਿਠਾਉਂਦੇ ਹਨ। ਪਹਿਰ ਤੀਸਰੋ ਏਵ ਬਤਾਵ ਹੈ, ਪਹਿਲਵਾਨ ਤਬ ਗੁਰੂ ਗੁਲਾਮ ਹੈ। ਉਸ ਤੋਂ ਬਾਅਦ ਮਹਾਰਾਜ ਜੀ ਦਿਨ ਦਾ ਤੀਜਾ ਪਹਿਰ ਐਵੇਂ ਬੀਤ ਜਾਂਦਾ ਸੀ, ਚੌਥਾ ਪਹਿਰ ਫਿਰ ਲੱਗਣਾ 3 ਤੋਂ 6 ਵਜੇ ਦਾ। ਉੱਥੋਂ ਬੁਲਾ ਕੇ ਮਹਾਰਾਜ ਪਹਿਲਵਾਨਾਂ ਨੂੰ ਬੁਲਾ ਲੈਣਾ, ਕਿਉਂਕਿ ਮੱਲ ਅਖਾੜਿਆਂ ਦੀ ਜਿਹੜੀ ਰੀਤ ਹੈ ਇਹ ਗੁਰੂ ਅੰਗਦ ਸਾਹਿਬ ਜੀ ਨੇ ਤੋਰੀ। ਮਹਾਰਾਜ ਜੀ ਫਿਰ ਨਗਰ ਦੇ ਵਿੱਚੋਂ ਪਹਿਲਵਾਨਾਂ ਨੂੰ ਬੁਲਾ ਲੈਂਦੇ ਸਨ। ਮਿਲੇ ਆਏ ਬਹੁ ਕਰੈ ਪਰੈ ਅਖਾਰਾ, ਭਰੈ ਆਪ ਮਲ ਬਲ ਧਰ ਭਾਰਾ। ਫਿਰ ਪਹਿਲਵਾਨ ਕੀ ਇਕੱਠੇ ਹੋ ਕੇ ਆਪਸ ਵਿੱਚ ਕੁਸ਼ਤੀਆਂ ਕਰਦੇ ਸਨ ਤੇ ਮੇਰੇ ਮਹਾਰਾਜ ਜੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖਿਆ ਕਰਦੇ ਸਨ। ਕਹਿ ਕਹਿ ਤਿਨਹੂ ਪਹਿਰਾਵਨ ਨਾਠ ਹੈ, ਕੁਸ਼ਤੀ ਕਰਤ ਜੀਤ ਕਹਿ ਹਾਨੈ। ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਭਾਈ ਲੜੋ ਲੜੋ, ਕਿਸੇ ਕਹਿੰਦੇ ਤਕੜਾ ਹੋ ਤੂੰ, ਐਵੇਂ ਕਹਿੰਦੇ ਕਹਿ ਕੇ ਤਕੜਾ ਹੋ ਤੂੰ ਥੱਲੇ ਥੋੜੀ ਨਾ ਡਿੱਗ ਜਾਏਗਾ। ਕਹਿੰਦੇ ਉਹਨਾਂ ਦਾ ਹੌਸਲਾ ਵਧਾਉਣਾ ਮਹਾਰਾਜ ਜੀ ਨੇ। ਫਿਰ ਜਿਹੜੇ ਨੇ ਜਿੱਤ ਜਾਣਾ ਮਹਾਰਾਜ ਜੀ ਉਹਦਾ ਸਤਿਕਾਰ ਵੀ ਕਰਿਆ ਕਰਦੇ ਸਨ। ਸ਼ਾਮ ਦਿਵਸ ਕੇ ਰਹਿ ਬਹੋਰੀ, ਸ੍ਰੀ ਗੁਰਦੇਵ ਤਜੈ ਤਿਸ ਠੋਰੀ। ਜਦੋਂ ਫਿਰ ਰਾਤ ਹੋ ਜਾਂਦੀ ਸੀ ਮਹਾਰਾਜ ਉੱਥੋਂ ਚਲੇ ਜਾਂਦੇ ਸਨ। ਸਭਾ ਬਿਖੈ ਸੁਭ ਆਸਨ ਬੈਸੈ, ਮੁਨ ਗਨ ਸਹਿਤ ਸੰਭ ਹੋਏ ਜੈਸੈ। ਸ਼ਾਮ ਨੂੰ ਫਿਰ ਐਵੇਂ ਜਿਵੇਂ ਆਪਾਂ ਹੁਣ ਬੈਠੇ ਆ 6 ਵਜੇ ਤੋਂ ਕਥਾ ਸ਼ੁਰੂ ਹੁੰਦੀ ਹੈ, ਐਵੇਂ ਫਿਰ ਸਤਸੰਗਤ ਹੁੰਦੀ, ਸਿੱਖਾਂ ਨੇ ਆ ਜਾਣਾ। ਫਿਰ ਮਹਾਰਾਜ ਜੀ ਉਹਨਾਂ ਸਿੱਖਾਂ ਦੇ ਵਿੱਚ ਬੈਠ ਕੇ
ਐਵੇਂ ਬੈਠਦੇ ਸਨ ਜਿਵੇਂ ਦੇਵਤਿਆਂ ਦੇ ਵਿੱਚ ਸ਼ਿਵ ਜੀ ਬੈਠੇ ਹੁੰਦੇ ਹਨ। ਚੌਹ ਦਿਸ ਪਰਵਾਰਤ ਸਿੱਖ ਆਏ, ਰੁਚਰ ਬਾਬੀ ਰਾਗਣ ਗਾਏ। ਚਾਰੇ ਪਾਸੇ ਆ ਕੇ ਮਹਾਰਾਜ ਜੀ ਦੇ ਸਿੱਖ ਬੈਠ ਜਾਂਦੇ ਸਨ, ਫਿਰ ਰਬਾਬੀ ਫੇਰ ਕੀਰਤਨ ਕਰਿਆ ਕਰਦੇ ਸਨ। ਸਕਲ ਪ੍ਰੇਮ ਕਰ ਸੁਣੈ ਸੋ ਦਾਸ, ਜਿਨ ਤੇ ਬ੍ਰਿੰਦ ਬਿਕਾਰ ਵਿਨਾਸ਼। ਜਿੰਨੇ ਵੀ ਸਿੱਖ ਸਨ ਬੜੇ ਪ੍ਰੇਮ ਦੇ ਨਾਲ ਗੁਰੂ ਜੀ ਦੇ ਬਚਨ ਸੁਣਿਆ ਕਰਦੇ ਸਨ। ਸੰਧਿਆ ਸਮੈ ਸੋ ਹੋਏ ਇਕੱਤ, ਨਿਜ ਸਰੂਪ ਮਹਿ ਲੇ ਭਗਵੰਤ। ਸ਼ਾਮ ਨੂੰ ਮਹਾਰਾਜ ਜੀ ਫਿਰ ਬੈਠ ਜਾਂਦੇ ਸਨ, ਭਗਵੰਤ ਦੀ ਪਰਮਾਤਮਾ ਦੀ ਫਿਰ ਸਿਫਤ ਸਲਾਹ ਹੁੰਦੀ ਸੀ। ਇੱਥੋਂ ਤਾਈਂ ਆਪ ਜੀ ਨੇ ਅੱਜ ਕਥਾ ਸਰਵਣ ਕੀਤੀ ਹੈ। ਕੱਲ ਨੂੰ ਫਿਰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੱਲ ਨੂੰ ਹਮਾਯੂ ਆਏਗਾ। ਉਹ ਹਮਾਯੂ ਦੇ ਨਾਲ ਕਿਵੇਂ ਉਹ ਤਲਵਾਰ ਖਿੱਚਦਾ ਹੈ ਮੇਰੇ ਮਹਾਰਾਜ ਤੇ, ਸਾਹਿਬ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਸ਼ਾਂਤੀ ਦੇ ਪੁੰਜ ਕੀ ਜਵਾਬ ਹਮਾਯੂ ਨੂੰ ਦਿੰਦੇ ਨੇ, ਇਹ ਕੱਲ ਦੀ ਕਥਾ ਦੇ ਵਿੱਚ ਆਪਾਂ ਫਿਰ ਸਰਵਣ ਕਰਾਂਗੇ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਜਿੰਨੇ ਪ੍ਰਾਣੀ ਆਪ ਜੀ ਸਤ ਸੰਗਤ ਦੇ ਵਿੱਚ ਆਉਂਦੇ ਹੋ ਸਭ ਨੂੰ ਗੁਰੂ ਸਾਹਿਬ ਜੀ ਮਹਾਰਾਜ ਦੇ ਅਰੋਗਤਾ ਨਾਮ ਦੀ ਦਾਤ, ਗੁਰਬਾਣੀ ਗੁਰਸਿੱਖੀ ਦੀ ਦਾਤ ਬਖਸ਼ਣ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਆਪ ਐਸੇ ਹੀ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਸਾਹਿਬ ਜੀ ਦੀ ਸਤ ਸੰਗਤ ਵਿੱਚ ਬਹਿ ਕੇ ਆਪਣੀਆਂ ਹਾਜ਼ਰੀਆਂ ਲਵਾਇਆ ਕਰੋ, ਕਿਉਂਕਿ ਗੁਰੂ ਸਾਹਿਬ ਜੀ ਫਿਰ ਐਵੇਂ ਕਿਰਪਾ ਵੀ ਕਰਦੇ ਨੇ। ਜੋ ਜੋ ਸਿੱਖ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਗੁਰੂ ਮਹਾਰਾਜ ਉੱਤੇ ਬੇਅੰਤ ਕਿਰਪਾ ਕਰਦੇ ਨੇ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਆਪ ਵੀ ਆਓ, ਹੋਰ ਸੰਗਤ ਨੂੰ ਵੀ ਪ੍ਰੇਰੋ, ਕਿਉਂਕਿ ਜਦੋਂ ਆਪ ਆਵਾਂਗੇ ਕਿਸੇ ਹੋਰ ਨੂੰ ਪ੍ਰੇਰਿਤ ਕਰਾਂਗੇ ਨਾਲ ਦੀ ਨਾਲ ਉਹਦਾ ਭਲਾ ਹੁੰਦਾ ਹੈ। ਜੇ ਕਿਸੇ ਦਾ ਭਲਾ ਹੋਏਗਾ ਉਹਦਾ ਕੋਈ ਪੁੰਨ ਫਲ ਸਾਨੂੰ ਵੀ ਮਿਲੇਗਾ। ਆਪ ਜਪੈ ਔਰਾ ਹੈ ਨਾਮ, ਇਹ ਵੀ ਬੜੀ ਵੱਡੀ ਸੇਵਾ ਹੈ। ਜਿਵੇਂ ਬਾਹਰ ਝਾੜੂ ਪੋਚੇ ਦੀ ਸੇਵਾ ਹੈ, ਇਹ ਵੀ ਸੇਵਾ ਹੈ ਕਿਸੇ ਨੂੰ ਸਤ ਸੰਗਤ ਵਿੱਚ ਲੈ ਕੇ ਆਉਣਾ, ਕਿਉਂਕਿ ਸਤ ਸੰਗਤ ਵਿੱਚ ਸਿਰਫ ਮਨੁੱਖ ਨੂੰ ਲੋੜ ਹੈ। ਸਿਰਫ ਜਿਵੇਂ ਜਲ ਦੇ ਵਿੱਚ ਇਸ਼ਨਾਨ ਕਰਾਉਣਾ ਹੋਏ ਨਾ, ਨਦੀ 'ਤੇ ਹੀ ਲੈ ਆਓ, ਇਸ਼ਨਾਨ ਆਪਣੇ ਆਪ ਹੀ ਕਰ ਲਏਗਾ। ਫਿਰ ਲਿਆ ਕੇ ਸਤ ਸੰਗਤ ਵਿੱਚ ਲੈ ਆਓ, ਸ਼ੁਭ ਗੁਣ ਆਪੇ ਹੀ ਆ ਜਾਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ